दर्शन प्यासी दिनस रात, चितवाओ आन दिन नीत। खोल कपट गुर मिलिया, नानक हर संग मीत। हम अवगुण भरे एक गुण नाही, ਅੰਮ੍ਰਿਤ ਛਾੜ ਬਿਖੈ ਬਿਖ ਖਾਈ। ਮਾਇਆ ਮੋਹ ਭਰਮ ਪੈ ਭੂਲੇ, ਸੁਤ ਦਾਰਾ ਸਿਉ ਪ੍ਰੀਤ ਲਗਾਈ। ਇਕ ਉਤਮ ਪੰਥ ਸੁਣਿਓ ਗੁਰ ਸੰਗਤ, ਤੇਹ ਮਿਲੰਤ ਜਮ ਤਰਾਸ ਮਿਟਾਈ। एक अरदास पाठ की रत की, गुर रामदास राखहु सरणाई। सजन सच्चा पात साहु, सिर सहांदै साहु। जिस पास बैठिया सोहिਐ, सबना दा वेसाहु। जिस पास बैठिया सोहिਐ, सबना दा वेसाहु। वाहिगुरु जी। तनासरी महला पहला। घर पहला चौपदे। एक ओंकार सतनाम, करता पुरख निरभਉ निरवैर। अकाल मूरत अजूनी सैभं गुर प्रसाद। जियो डरत है अपना, कैस्यो करी पुकार। दूख विसारण सेविया, सदा सदा दातार। जियो डरत है अपना, कैस्यो करी पुकार। दुख विसारण सेविया, सदा सदा दातार। साहिब मेरा नीत नवा, सदा सदा दातार रहाओ। अन दिन साहिब सेविया, अंत छड़ाए सोए। सुन सुन मेरी कामणी, पार उतारा होए। दयाल तेरे नाम तरा, साध कुर्बानै जाऊं रहाओ। सर्वं साचा एक है, दूजा नाही कोय। ताकि सेवा सो करे, जा कहो नदर करे। तुध बाझ प्यारे केव रहा, सा वडियाई देह। जित नाम तेरे लाग रहा, दूजा नाही कोय। जिस आगे प्यारे जाए कहा रहाओ। सेवी साहिब अपना, अवर ना जाचों कोय। नानक ताका दास है, बिंद बिंद चोख चोख होए। साहिब
ਤੇਰੇ ਨਾਮ ਵਿਟਹੋ। ਬਿੰਦ ਬਿੰਦ ਚੋਖ ਚੋਖ ਹੋਏ, ਸਾਹਿਬ ਤੇਰੇ ਨਾਮ ਵਿਟਹੋ। ਬਿੰਦ ਬਿੰਦ ਚੋਖ ਚੋਖ ਹੋਏ, ਰਹਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ, ਕਿਰਪਾਲੂ ਦਿਆਲੂ ਹਜੂਰ ਸ਼ਹਿਨਸ਼ਾਹ ਪਾਤਸ਼ਾਹ, ਚਵਰ ਛਤਰ ਤਖਤ ਦੇ ਮਾਲਕ, ਭਗਤ ਵਸ਼ਲ ਪਤਿਤ ਪਾਵਨ ਕਰੁਣਾ ਨਿਦਾਨ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਮਰੱਥ ਮਾਲਕ ਪਾਤਸ਼ਾਹ ਦੀ ਪਾਵਨ ਗੋਦ ਅੰਦਰ ਹਜ਼ੂਰ ਗੁਰ ਕਲਗੀਧਰ ਸ਼ਹਿਨਸ਼ਾਹ ਪਾਤਸ਼ਾਹ ਜੀ ਦੇ ਇਸ ਮਹਾਨ ਨਿਵਾਜੇ ਹੋਏ ਲੀਲਾ ਅਸਥਾਨ ਗੁਰਦੁਆਰਾ ਸ਼੍ਰੀ ਬਾਲ ਲੀਲਾ ਸ਼੍ਰੀ ਮੈਣੀ ਸੰਗਤ ਜੀ ਸਾਹਿਬ ਵਿਖੇ ਹਜ਼ੂਰ ਪਾਤਸ਼ਾਹ ਜੀ ਦੀ ਪਾਵਨ ਗੋਦ ਅੰਦਰ ਅਤੇ ਸਾਹਿਬ ਜੀ ਦੇ ਧਰਮ ਮਾਤਾ ਵਿਸ਼ੰਭਰਾ ਦੇਵੀ ਸਾਹਿਬ ਦੀ ਪਾਵਨ ਗੋਦ ਅੰਦਰ ਬੜੀ ਸ਼ਰਧਾ, ਬੜੇ ਅਕੀਦੇ, ਸ਼ਿੱਦਤ ਭਾਵਨਾ ਦੇ ਨਾਲ ਦੂਰ ਦੁਰਾਡੇ ਤੋਂ ਚੱਲਦਿਆਂ ਹੋਇਆ, ਸਰੀਰ ਦੇ ਆਲਸ ਦਾ ਤਿਆਗ ਕਰਦਿਆਂ ਹੋਇਆ, ਇਸ ਮਨ ਦੀਆਂ ਕਈ ਰੁਕਾਵਟਾਂ ਨੂੰ ਤੋੜਦਿਆਂ ਹੋਇਆ, ਉਸ ਕਰਤੇ ਅਕਾਲ ਪੁਰਖ ਪਰਮੇਸ਼ਰ ਦੀ ਬਖਸ਼ਿਸ਼ ਨੂੰ ਮਾਨਣ ਦੇ ਲਈ ਹਜ਼ੂਰ ਦੀ ਪਾਵਨ ਗੋਦ ਅੰਦਰ ਬੜੇ ਪਿਆਰ ਨਾਲ ਸੱਜ ਚੁੱਕੇ ਗੁਰੂ ਸਵਾਰੇ ਖਾਲਸਾ ਜੀ ਸਾਹਿਬ ਜੀ ਨੇ ਅੰਮ੍ਰਿਤ ਵੇਲੇ ਇਹਨਾਂ ਪਾਵਨ ਅਸਥਾਨਾਂ ਤੋਂ ਜੋ ਮੁੱਖ ਵਾਕ ਸਾਹਿਬ ਬਖਸ਼ਿਸ਼ ਕਰਕੇ ਨਿਵਾਜਿਆ ਹੈ, ਹਜ਼ੂਰ ਦੀ ਇਸ ਪਾਵਨ ਬਖਸ਼ਿਸ਼ ਦੇ ਪਾਤਰ ਬਣੀਏ। ਅਰਦਾਸ ਕਰੀਏ ਕਿ ਇਹ ਸਮਰੱਥ ਪਾਤਸ਼ਾਹ ਤਰਸ ਮਿਹਰਾਮਤ ਦੇ ਘਰ ਵਿੱਚ ਆ ਕੇ ਸਾਨੂੰ ਕਲਯੁਗੀ ਜੀਵਾਂ ਨੂੰ, ਅਗਿਆਨੀ ਜੀਵਾਂ ਨੂੰ ਆਪਣੇ ਇਸ ਅਗਾਧ ਬੋਧ ਪਾਵਨ ਸ਼ਬਦ ਦੀ ਵਿਚਾਰ ਕਰਨ ਦੀ ਸੋਝੀ ਸਮਰੱਥਾ ਦਿਓ। ਮਨ ਬਿਰਤੀਆਂ ਸੁਰਤ ਇੰਦਰੀਆਂ ਦੀ ਇਕਾਗਰਤਾ ਬਖਸ਼ੋ, ਪ੍ਰੇਮ ਭਾਵਨਾ ਪ੍ਰੀਤ ਪ੍ਰਤੀਤ ਦੀ ਦਾਤ ਬਖਸ਼ੋ, ਕੁਝ ਕਹਿਣ ਸੁਣਨ ਦਾ ਬਲ ਬਖਸ਼ੋ। ਆਓ ਜਿਤਨੇ ਵੀ ਸਰੀਰ ਜੁੜ ਰਹੇ ਹਾਂ, ਜੁੜ ਚੁੱਕੇ ਹਾਂ, ਜਿੱਥੋਂ ਤੱਕ ਵੀ ਸਰਵਣ ਕਰ ਰਹੇ ਹਾਂ, ਆਓ ਪਿਆਰ ਸਹਿਤ ਇੱਕ ਦਫਾ ਉਚਾਰਨ ਕਰੋ ਔਰ ਆਖੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਜੀ। ਧਨਾਸਰੀ ਮਹੱਲਾ ਪਹਿਲਾ। ਘਰ ਪਹਿਲਾ ਚੌਪਦੇ। ਹਜੂਰ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 660 ਅੰਗ ਤੇ ਧਨਾਸਰੀ ਰਾਗ ਦੀ ਪ੍ਰਾਰੰਭਤਾ ਹੈ। ਰਾਗ ਦੀ ਪ੍ਰਾਰੰਭਤਾ ਦੇ ਦਰਮਿਆਨ ਹਜੂਰ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਦਾ ਪਾਵਨ ਬਚਨ ਜੋ ਹਜ਼ੂਰ ਨੇ ਪਹਿਲੇ ਘਰ ਦੇ ਵਿੱਚ ਗਾਉਣ ਦੀ ਹਦਾਇਤ ਕਰਕੇ ਚੌਪਦੇ, 4 ਪਦਿਆਂ ਦਾ ਇਹ ਮੁਬਾਰਕ ਬਚਨ ਹੈ। ਹਜ਼ੂਰ ਪਾਤਸ਼ਾਹ ਮੂਲ ਮੰਤਰ ਉਚਾਰਨ ਕਰਕੇ ਫਿਰ ਸ਼ਬਦ ਦੀ ਪ੍ਰਾਰੰਭਤਾ ਕਰਦੇ ਨੇ। ਨਾਲ ਹੀ ਹਜ਼ੂਰ ਪਾਤਸ਼ਾਹ ਜੀ ਨੇ ਸ਼ਬਦ ਜਿਹੜਾ ਹੈ, ਜੋ ਇਤਿਹਾਸ, ਜੋ ਵਿਦਵਾਨਾਂ ਨੇ ਉਥਾਨਕਾਂ ਦਾ ਜ਼ਿਕਰ ਕੀਤਾ ਹੈ, ਹਜ਼ੂਰ ਗੁਰੂ ਨਾਨਕ ਪਾਤਸ਼ਾਹ ਜਦੋਂ ਜਗਤ ਜਲੰਦੇ ਦਾ ਉਧਾਰ ਕਰਦੇ ਆ, ਜਦੋਂ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਕਿ ਬਾਬਾ ਦੇਖੈ ਧਿਆਨ ਧਰ ਜਲਤੀ ਸਭ ਪ੍ਰਿਥਵੀ ਦਿਸ ਆਈ, ਜਦੋਂ ਹਜ਼ੂਰ ਨੇ ਸਾਡੇ ਤੁਹਾਡੇ ਵਰਗੇ ਜੀਵ ਜਿਹੜੇ ਸੀ ਉਹਨਾਂ ਨੂੰ ਤੜਫਦੇ, ਵਾਸ਼ਨਾ ਗਰਸੇ ਹੋਏ, ਸੰਸਾਰ ਦੀ ਰਾਗ ਦਵੈਸ਼ ਈਰਖਾ ਦੀ ਅੱਗ ਵਿੱਚ ਸੜਦੇ ਬਲਦੇ ਵੇਖਿਆ, ਹਜ਼ੂਰ ਨੂੰ ਇੱਕ ਤਰਸ ਆਇਆ ਸਾਡੇ 'ਤੇ। ਉਸ ਤਰਸ ਦੇ ਪਾਤਰ ਬਣਾਉਣ ਦੇ ਵਾਸਤੇ ਸਾਨੂੰ ਮਹਾਰਾਜ ਸਾਹਿਬ ਜੀ ਨੇ ਉਦਾਸੀਆਂ ਪ੍ਰਚਾਰਕ ਫੇਰੀ ਜਿਹੜੀ ਸੀ ਸੁਲਤਾਨਪੁਰ ਸਾਹਿਬ ਦੀ ਧਰਤੀ ਤੋਂ ਪ੍ਰਾਰੰਭ ਕੀਤੀ। ਅਤੇ ਇਹ ਇੱਕ ਸੱਚਾਈ ਹੈ ਕਿ ਜਦੋਂ ਵੀ ਕੋਈ ਧਰਮ ਦੇ ਮਾਰਗ 'ਤੇ ਤੁਰਦਾ ਹੈ ਜਾਂ ਫਿਰ ਸੰਸਾਰ ਦੇ ਵਿੱਚ ਪਰਉਪਕਾਰ ਕਰਨ ਵਾਸਤੇ ਤੁਰਦਾ ਹੈ ਜਾਂ ਸੰਸਾਰ ਦੇ ਲੋਕਾਂ ਦੀ ਬਾਂਹ ਫੜਨ ਵਾਸਤੇ ਤੁਰਦਾ ਹੈ, ਕਿਸੇ ਦੇ ਦੁੱਖ ਨੂੰ ਵੰਡਾਉਣ ਵਾਸਤੇ ਤੁਰਦਾ ਹੈ, ਹੋ ਸਕਦਾ ਹੈ ਸੰਸਾਰ ਉਹਦੇ ਨਾਲ ਖੜਾ ਹੋ ਜਾਵੇ। ਇਹ ਹੋ ਜਾਂਦਾ ਹੈ, ਕੋਈ ਭਲੇ ਕੰਮ ਲਈ ਤੁਰਿਆ ਸੰਸਾਰ ਖੜਾ ਹੋ ਜਾਂਦਾ ਹੈ, ਪਰ ਇਹ ਬਹੁਤ ਘੱਟ ਹੁੰਦਾ ਹੈ ਕਿ ਪਰਿਵਾਰ ਦੇ ਜੀਅ ਉਹਦੇ ਨਾਲ ਖੜੇ ਹੋ ਜਾਣ। ਇਹ ਬਹੁਤ ਘੱਟ ਹੁੰਦਾ ਹੈ। ਇਹੀ ਕਾਰਨ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਜ਼ਿੰਦਗੀ ਵਿੱਚ ਵੀ ਆਉਂਦਾ ਹੈ ਕਿ ਜਦੋਂ ਮਹਾਰਾਜ ਜੀ ਕਦੇ ਪਹਿਲੀ ਉਦਾਸੀ ਪ੍ਰਾਰੰਭ ਕਰਦੇ ਨੇ, ਕਦੇ ਹਜ਼ੂਰ ਦੇ ਮਹਿਲ ਸਾਡੇ ਸਤਿਕਾਰਯੋਗ ਮਾਤਾ ਸੁਲੱਖਣੀ ਜੀ ਖੜੇ ਹੋ ਜਾਂਦੇ ਨੇ, ਕਿਤੇ ਹਜ਼ੂਰ ਦੇ ਦੋਵੇਂ ਸਾਹਿਬਜ਼ਾਦੇ ਅੱਗੇ ਕਰ ਦਿੱਤੇ ਜਾਂਦੇ ਨੇ ਵੀ ਇਹਨਾਂ ਦੇ ਅੰਦਰ ਮੋਹ ਦੀ ਤੰਦ ਪੈਦਾ ਹੋਵੇ,
ਤੇ ਉਸ ਮੋਹ ਦੀ ਤੰਦ ਦੇ ਨਾਲ, ਉਸ ਮੋਹ ਦੀ ਡੋਰੀ ਦੇ ਨਾਲ ਇਹ ਵੱਜ ਜਾਣ ਤੇ ਤੁਰ ਨਾ ਸਕਣ। ਪਰ ਹਜੂਰ ਪਾਤਸ਼ਾਹ ਕਹਿੰਦੇ ਕਿ ਨਹੀਂ, ਜੇ ਮੈਂ ਇਹਨਾਂ ਦੋਹਾਂ ਦੇ ਮੋਹ ਦੇ ਵਿੱਚ ਇੱਥੇ ਟਿਕ ਕੇ ਬਹਿ ਗਿਆ ਤੇ ਜਗਤ ਦੇ ਅੰਦਰ ਪਤਾ ਹੀ ਨਹੀਂ ਕਿੰਨੇ ਲੱਖਾਂ ਕਰੋੜਾਂ ਜੀਵ, ਮੇਰੇ ਤਾਂ 2 ਪੁੱਤਰ ਨੇ, ਅਕਾਲ ਪੁਰਖ ਪਰਮੇਸ਼ਰ ਦੇ ਕਰੋੜਾਂ ਧੀਆਂ ਪੁੱਤਰ ਨੇ, ਮੈਂ ਉਹਨਾਂ ਦਾ ਦੁੱਖ ਜ਼ਰੂਰ ਵੰਡਾਉਣਾ, ਨਹੀਂ ਤੇ ਉਹ ਰਹਿ ਜਾਏਗਾ। ਭਾਵ ਸਮੇਂ-ਸਮੇਂ ਤੇ ਕਦੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਅੱਗੇ ਮਾਂ ਨੇ ਵੀ ਕਿਹਾ ਕਿ ਨਹੀਂ, ਤੁਹਾਨੂੰ ਨਹੀਂ ਜਾਣ ਦੇਣਾ, ਕਿਤੇ ਪਿਤਾ ਨੇ ਵੀ ਸ਼ਬਦ ਕਹੇ। ਪਰ ਅੱਜ ਦੇ ਸ਼ਬਦ ਦੇ ਬਾਬਤ ਵਿਦਵਾਨ ਲਿਖਦੇ ਨੇ, ਹਜੂਰ ਪਾਤਸ਼ਾਹ ਜੀ ਪੱਖੋ ਕੇ ਰੰਧਾਵੇ ਆਪਣੇ ਸਹੁਰਾ ਪਰਿਵਾਰ ਦਾ ਜਿਹੜਾ ਨਗਰ ਸੀ ਮਹਾਰਾਜ ਦਾ, ਉੱਥੇ ਆਏ। ਤੇ ਜਦੋਂ ਆਏ, ਉਦਾਸੀ 1-2 ਮਹਾਰਾਜ ਨੇ ਸੰਪੂਰਨ ਕਰ ਲਈ। ਹੁਣ ਮਹਾਰਾਜ ਜੀ ਦੇ ਜਿਹੜੀ ਸੱਸ ਤੇ ਸਹੁਰਾ ਨੇ, ਉਹ ਮੂਲ ਚੰਦ ਤੇ ਚੰਦੋ ਰਾਣੀ, ਉਹ ਦੋਵੇਂ ਮਹਾਰਾਜ ਸਾਹਿਬ ਜੀ ਦੇ ਕੋਲ ਆਏ ਤੇ ਉਹਨਾਂ ਨੇ ਬੜੇ ਗਿਲੇ ਸ਼ਿਕਵੇ ਜਿਹੜੇ ਸੀ ਉਹ ਮਹਾਰਾਜ ਦੇ ਸਾਹਮਣੇ ਰੱਖੇ। ਕਿਉਂਕਿ ਮੈਂ ਜ਼ਿਕਰ ਕਰਾਂ ਕਿ ਦੁਨੀਆ ਸਾਹਿਬ ਗੁਰੂ ਨਾਨਕ ਪਾਤਸ਼ਾਹ ਨੂੰ ਕੋਈ ਆਪਣਾ ਪੀਰ ਕਹਿੰਦੀ ਹੈ, ਕੋਈ ਮੁਰਸ਼ਿਦ ਕਹਿੰਦੀ, ਕੋਈ ਖੁਦਾ ਕਹਿ ਰਿਹਾ ਹੈ, ਕੋਈ ਕਹਿੰਦਾ ਮੇਰਾ ਭਗਵਾਨ ਹੈ ਗੁਰੂ ਨਾਨਕ। ਸਭ ਕੁਝ ਗੁਰੂ ਨਾਨਕ ਨੂੰ ਦੁਨੀਆ ਨੇ ਮੰਨਿਆ ਹੈ, ਕਿਉਂਕਿ ਇਹ ਭਾਵਨਾ ਦੀ ਅੱਖ ਹੁੰਦੀ ਹੈ ਤੇ ਆਪਣਿਆਂ ਕੋਲ ਕਈ ਵਾਰ ਨਹੀਂ ਹੁੰਦੀ। ਇਹੀ ਕਾਰਨ ਆਪਾਂ ਪੰਜਾਬ ਵਿੱਚ ਕਈ ਵਾਰ ਇੱਕ ਕਹਾਵਤ ਵੀ ਵਰਤਦੇ ਹੁੰਦੇ ਆ ਕਿ ਘਰ ਦਾ ਜੋਗੀ ਜੋਗ ਨਾ, ਬਾਹਰ ਦਾ ਜੋਗੀ ਸਿੱਧ, ਐਸਾ ਕੁਝ। ਸੋ ਖੈਰ, ਜਿਵੇਂ ਅਸੀਂ ਛੋਟੀ ਜਿਹੀ ਇੱਕ ਮੈਂ ਉਦਾਹਰਨ ਦੇਵਾਂ ਹਜੂਰ ਪਾਤਸ਼ਾਹ ਜੀ ਦੀ ਇਸੇ ਘਟਨਾ ਦੇ ਦਰਮਿਆਨ, ਕਿ ਜਿਨ੍ਹਾਂ ਨੇ ਗੁਰੂ ਨਾਨਕ ਨੂੰ ਪਹਿਚਾਨਿਆ ਹੈ ਉਹ ਭਾਵੇਂ ਮਹਾਰਾਜ ਦੇ ਨਾਲ ਵੀ ਰਹਿ ਰਹੇ ਨੇ। ਇਹ ਜ਼ਰੂਰੀ ਨਹੀਂ ਕਿ ਨਾਲ ਰਹਿਣ ਵਾਲਾ ਪਹਿਚਾਣਦਾ ਨਹੀਂ, ਪਰ ਇਹ ਹੈ ਨਾਲ ਰਹਿਣ ਵਾਲਾ ਤੇ ਪਹਿਚਾਣ ਜਾਂਦਾ, ਰਿਸ਼ਤੇਦਾਰ ਨਹੀਂ ਪਹਿਚਾਣਦਾ। ਮੈਂ ਨਾਲ ਰਹਿਣ ਵਾਲੇ ਦੀ ਇੱਕ ਪਹਿਲਾਂ ਉਦਾਹਰਨ ਦੇਵਾਂ ਆਪ ਜੀ ਨੂੰ। ਜ਼ਿਹਨ ਆਈ ਕਿ ਹਜੂਰ ਪਾਤਸ਼ਾਹ ਜੀ ਜਦੋਂ ਆਪਣਾ ਨਨਕਾਣਾ ਸਾਹਿਬ ਰਾਏ ਭੋਏ ਦੀ ਤਲਵੰਡੀ ਵਾਪਿਸ ਆਏ ਇੱਕ ਵਾਰ, ਤੇ ਭਾਈ ਮਰਦਾਨਾ ਆਪਣੇ ਸਾਥੀਆਂ ਦੇ ਵਿੱਚ ਵਿਚਰਨ ਲੱਗ ਗਿਆ। ਜਿਵੇਂ ਸੁਭਾਵਿਕ ਹੈ, ਬੰਦਾ ਕੁਝ ਲੰਬੇ ਅਰਸੇ ਬਾਅਦ ਪਰਦੇਸੋਂ ਵਾਪਿਸ ਆਵੇ ਤੇ ਉਹ ਆਪਣੇ ਫਰੈਂਡ ਸਰਕਲ ਵਿੱਚ ਆਪਣੇ ਦੋਸਤਾਂ ਮਿੱਤਰਾਂ ਨੂੰ ਮਿਲਣ ਚਲੇ ਜਾਂਦਾ। ਭਾਈ ਮਰਦਾਨਾ ਸਾਹਿਬ ਜੀ ਆਪਣੇ ਦੋਸਤਾਂ ਮਿੱਤਰਾਂ ਨੂੰ ਮਿਲਦੇ ਪਏ ਨੇ ਤੇ ਉਹਨਾਂ ਇੱਕ ਸਵਾਲ ਕੀਤਾ। ਕਹਿੰਦੇ ਵੀ ਮਰਦਾਨਿਆਂ, ਇੱਕ ਗੱਲ ਦੱਸ ਵੀ ਤੇਰਾ ਤੇ ਭਲਾ ਨਹੀਂ ਨਾ ਹੋ ਸਕਦਾ ਕਦੀ? ਤੇ ਉਹ ਕਹਿੰਦਾ ਵੀ ਮੇਰਾ ਭਲਾ ਕਿਉਂ ਨਹੀਂ ਹੋ ਸਕਦਾ? ਕਹਿੰਦੇ ਵੀ ਦੇਖ, ਅਸੀਂ ਨਮਾਜ਼ੀ ਆ ਤੇ ਤੂੰ ਤੇ ਨਮਾਜ਼ਾਂ ਹੀ ਨਹੀਂ ਪੜ੍ਹੀਆਂ, ਤੂੰ ਤੇ ਇੱਕ ਹਿੰਦੂ ਗੁਰੂ ਦੇ ਨਾਲ ਤੁਰ ਪਿਆ ਤੇ ਤੂੰ ਤਾਂ ਮੁਸਲਮਾਨੀ ਸ਼ਰ੍ਹਾ ਜਿਹੜੀ ਆ ਉਹਦਾ ਵੀ ਤਿਆਗ ਕਰ ਦਿੱਤਾ। ਇਸ ਕਰਕੇ ਅਸੀਂ ਨਮਾਜ਼ਾਂ ਪੜ੍ਹਦੇ ਆ, ਅਸੀਂ ਪੱਕੇ ਨਮਾਜ਼ੀ ਆ ਤੇ ਤੂੰ ਪੱਕਾ ਨਮਾਜ਼ੀ ਨਹੀਂ ਆ, ਤੇਰਾ ਭਲਾ ਨਹੀਂ ਹੋਏਗਾ। ਦੂਜੀ ਗੱਲ ਮਰਦਾਨਾ ਇਹ ਹੈ ਵੀ ਅਸੀਂ ਪਿਸਤ ਦੇ ਵਿੱਚ ਜਾਵਾਂਗੇ, ਅਸੀਂ ਸਵਰਗ ਦੇ ਵਿੱਚ ਜਾਵਾਂਗੇ ਤੇ ਤੈਨੂੰ ਸਵਰਗ ਨਹੀਂ ਮਿਲਣਾ। ਤੀਜੀ ਗੱਲ ਮਰਦਾਨਿਆਂ ਇਹ ਹੈ ਵੀ ਅਸੀਂ ਜਦੋਂ ਪਿਸਤ ਵਿੱਚ ਜਾਵਾਂਗੇ ਤੇ ਉਹਨਾਂ ਦੇ ਧਰਮ ਗ੍ਰੰਥਾਂ 'ਚ ਲਿਖਿਆ ਵੀ ਉੱਥੇ ਉਹਨਾਂ ਨੂੰ ਖਾਣ ਲਈ ਮੇਵੇ ਮਿਲਦੇ ਨੇ, ਉੱਥੇ ਹੂਰਾਂ, ਬੜਾ ਕੁਛ ਉੱਥੇ ਉਹਨਾਂ ਦਾ ਜ਼ਿਕਰ ਆਉਂਦਾ। ਪਰ ਖਾਣ ਵਾਲੇ ਪਦਾਰਥਾਂ 'ਚ ਲਿਖਿਆ ਵੀ ਉਹਨਾਂ ਨੂੰ ਸੋਹਣੇ ਮੇਵੇ ਜਿਹੜੇ ਨੇ ਉਹ ਖਾਣ ਲਈ ਮਿਲਦੇ। ਉਹਨਾਂ ਨੇ ਭਾਈ ਮਰਦਾਨੇ ਦੇ ਉੱਤੇ ਥੋੜ੍ਹਾ ਜਿਹਾ ਜਿਵੇਂ ਕਹਿ ਲਓ ਵਿਅੰਗ ਕੱਸਦਿਆਂ ਕਿਹਾ ਵੀ ਅਸੀਂ ਜਾਵਾਂਗੇ ਪਿਸਤ ਦੇ ਵਿੱਚ, ਅਸੀਂ ਸੋਹਣੇ ਮੇਵੇ ਖਾਵਾਂਗੇ, ਨਮਾਜ਼ੀ ਆ, ਐਸੇ ਵੈਸੇ ਉਹਨਾਂ ਸ਼ਬਦ ਵਰਤੇ। ਤੇ ਭਾਈ ਮਰਦਾਨੇ ਨੇ ਕੋਈ ਬੜਾ ਬਾ ਕਮਾਲ ਦਾ ਜਵਾਬ ਦਿੱਤਾ ਉਹਨਾਂ ਨੂੰ। ਅੱਖ ਦੀ ਗੱਲ ਕਰ ਰਿਹਾ, ਜਿਨ੍ਹਾਂ ਨੇ ਗੁਰੂ ਨਾਨਕ ਨੂੰ ਪਹਿਚਾਨ ਲਿਆ। ਉੱਥੇ ਇੱਕ ਵਿਦਵਾਨ ਸ਼ਾਇਰ ਲਿਖਦਾ ਹੈ, ਉਹ ਕਹਿੰਦਾ ਵੀ ਮਰਦਾਨੇ ਨੂੰ ਇਸ ਤਰ੍ਹਾਂ ਕਟਾਕਸ਼ ਕਰਕੇ, ਵਿਅੰਗ ਕਰਕੇ ਕਹਿੰਦੇ ਨੇ, ਅਸੀਂ 5 ਨਮਾਜ਼ਾਂ ਪੜ੍ਹੀਆਂ ਨੇ। ਵੀ ਮਰਦਾਨੇ, ਅਸੀਂ 5 ਨਮਾਜ਼ਾਂ ਪੜ੍ਹਦੇ ਹਾਂ ਤੇ ਧਰਮ ਦੀ ਦੁਨੀਆ ਵਿੱਚ ਸਭ ਤੋਂ ਵੱਡਾ ਹੰਕਾਰ ਹੀ ਇਹ ਹੈ। ਜਦੋਂ ਕੋਈ ਬੰਦਾ ਧਰਮ ਦਾ ਨੇਮ ਨਿਭਾਉਣ ਲੱਗ ਪਵੇ ਨਾ, ਨੇਮ ਨਿਭਾਉਣਾ ਚੰਗਾ ਹੈ, ਸਾਨੂੰ ਨਿਭਾਉਣਾ ਵੀ ਪਵੇਗਾ, ਨਿਭਾਉਣਾ ਵੀ ਚਾਹੀਦਾ ਹੈ। ਪਰ ਜਦੋਂ ਤੁਸੀਂ ਨੇਮ ਦਾ ਹੰਕਾਰ ਕਰਕੇ ਬਹਿ ਗਏ ਕਿ ਲੈ ਮੈਂ ਨਿਤਨੇਮ ਕਰਦਾ, ਤੂੰ ਤੇ ਕਰਦਾ ਹੀ ਨਹੀਂ, ਮੈਂ ਰੋਜ਼ ਗੁਰੂ ਘਰ ਜਾਂਦਾ, ਤੂੰ ਤੇ ਜਾਂਦਾ ਹੀ ਨਹੀਂ, ਮੈਂ ਰੋਜ਼ ਬਾਣੀ ਪੜ੍ਹਦਾ, ਤੂੰ ਤੇ ਪੜ੍ਹਦਾ ਹੀ ਨਹੀਂ। ਠੀਕ ਹੈ, ਕਿਸੇ ਨੂੰ ਪ੍ਰੇਰਨਾ ਅਲੱਗ ਚੀਜ਼ ਹੈ, ਪਰ ਜੇ ਤੂੰ ਆਪਣੇ ਹੰਕਾਰ ਨੂੰ ਜਿਤਾ ਕੇ ਕਹਿ ਰਿਹਾ ਤੇ ਫਿਰ ਤੂੰ ਗਲਤ ਹੈ। ਖੈਰ, ਉਹ ਕਹਿੰਦੇ ਅਸੀਂ 5 ਨਮਾਜ਼ਾਂ ਪੜ੍ਹੀਆਂ ਨੇ ਤੇ ਤੂੰ ਤੇ ਪੜ੍ਹਦਾ ਹੀ ਨਹੀਂ ਆ। ਤੇ ਮਰਦਾਨਾ ਕੋ ਜਵਾਬ ਦੇ ਕੇ ਕਹਿੰਦਾ, ਮੇਰੀਆਂ ਅੱਖੀਆਂ ਖੁਦਾ ਨਾਲ ਲੜੀਆਂ ਨੇ। ਤੁਸੀਂ ਜਿਸ ਖੁਦਾ ਦੀਆਂ ਨਮਾਜ਼ਾਂ ਪੜ੍ਹਦੇ ਹੋ ਨਾ ਸਵੇਰੇ ਸ਼ਾਮ ਉੱਠ ਕੇ, ਮੈਂ ਉਸ ਖੁਦਾ ਦੇ ਨਾਲ ਹੀ ਰਹਿਣਾ ਤੇ ਮੇਰੀਆਂ ਅੱਖਾਂ ਜਿਹੜੀਆਂ ਨੇ, ਮੇਰੀ ਮੁਹੱਬਤ ਜਿਹੜੀ, ਮੇਰਾ ਪ੍ਰੇਮ ਜਿਹੜਾ ਉਸ ਖੁਦਾ ਨਾਲ ਹੋ ਗਿਆ। ਜਿਸ ਖੁਦਾ ਨੂੰ ਪਾਉਣ ਵਾਸਤੇ ਤੁਸੀਂ ਨਮਾਜ਼ਾਂ ਪੜ੍ਹਦੇ ਹੋ, ਮੈਂ ਉਹਦੇ ਨਾਲ ਹੀ ਰਹਿਣਾ 24 ਘੰਟੇ। ਉਹ ਕਹਿੰਦੇ ਵੀ ਅਸੀਂ ਪਿਸਤ ਦੇ ਵਿੱਚ ਜਾਵਾਂਗੇ ਤੇ ਜਾ ਕਰਕੇ ਅਸੀਂ ਪਿਸਤ ਵਿੱਚ ਜਾਵਾਂਗੇ, ਉੱਥੇ ਜਾ ਕੇ ਅਸੀਂ ਮੇਵੇ ਖਾਵਾਂਗੇ। ਤੇ ਭਾਈ ਮਰਦਾਨਾ ਕੋ ਜਵਾਬ ਦਿੰਦਾ ਵੀ ਠੀਕ ਹੈ, ਜੇ ਤੁਹਾਡੀ ਆਈਡੀਓਲੋਜੀ ਇਹ ਹੈ, ਤੁਹਾਡਾ ਮੰਨਣਾ ਇਹ ਹੈ ਵੀ ਤੁਸੀਂ ਉੱਥੇ ਜਾਓਗੇ ਮੇਵੇ ਮਿਲਣਗੇ, ਪਰ ਇੱਕ ਗੱਲ ਯਾਦ ਰੱਖਿਓ, ਅਸੀਂ ਆਪ ਹੱਥੀਂ ਵਰਤਾਵਾਂਗੇ। ਵੀ ਜਿਸ ਖੁਦਾ ਦੇ ਘਰ ਜਾ ਕੇ ਤੁਸੀਂ ਮੇਵੇ ਖਾਣੇ ਨੇ ਨਾ,
उस खुदा दा मैं लंघ रही हाँ। उस खुदा दे घर विच जाके खुदा ते गुरु नानक की है, उत्थे जाके ਜਿਹੜੇ ਮੇਵੇ ਤੁਹਾਨੂੰ ਵਰਤਨੇ ਤੁਸੀਂ ਤੇ ਖਾਣੇ ਨੇ, ਪਰ ਮੈਂ ਵਰਤਾਉਣ ਵਾਲਿਆਂ ਵਿੱਚ ਸ਼ਾਮਲ ਹੋਵਾਂਗਾ। ਕਿਉਂ? ਕਿਉਂਕਿ ਮੇਰਾ ਗੁਰੂ ਨਾਨਕ ਜਿਹੜਾ ਉਹ ਮੇਰਾ ਖੁਦਾ ਹੈ, ਉਹ ਮੇਰਾ ਮੁਹੰਮਦ ਹੈ, ਉਹ ਸਭ ਕੁਛ ਹੈ ਮੇਰਾ ਗੁਰੂ ਨਾਨਕ। ਜਿਨ੍ਹਾਂ ਨੇ ਪਹਿਚਾਨ ਲਿਆ, ਇਹ ਉਹਨਾਂ ਦੀ ਗੱਲ ਹੈ। ਹੁਣ ਸੱਸ ਸਹੁਰਾ ਮੂਲ ਚੰਦ ਤੇ ਚੰਦੋ ਰਾਣੀ ਉਹ ਮਹਾਰਾਜ ਦੇ ਕੋਲ ਆਏ। ਕਵੀ ਭਾਈ ਸੰਤੋਖ ਸਿੰਘ ਸਾਹਿਬ ਜੀ ਨੇ ਤਾਂ ਬੜਾ ਲੰਮਾ ਉੱਥੇ ਜ਼ਿਕਰ ਕੀਤਾ। ਉਹਨਾਂ ਨੇ ਜਿਵੇਂ ਆਪਾਂ ਸ਼ਬਦ ਵਰਤੀਏ ਵੀ ਕੋਈ ਐਸਾ ਸ਼ਬਦ ਨਹੀਂ ਸੀ ਜਿਹੜਾ ਉਹਨਾਂ ਗੁਰੂ ਨਾਨਕ ਨੂੰ ਨਹੀਂ ਵਰਤਿਆ। ਵੀ ਤੂੰ ਇਸ ਤਰ੍ਹਾਂ ਘਰ-ਬਾਰ ਛੱਡ ਕੇ ਤੁਰਿਆ ਫਿਰਦਾ, ਤੈਨੂੰ ਬੱਚਿਆਂ ਦੀ ਕੋਈ ਫਿਕਰ ਨਹੀਂ ਹੈਗੀ, ਤੈਨੂੰ ਕੋਈ ਪਰਵਾਹ ਨਹੀਂ ਹੈਗੀ, ਤੇਰਾ ਪਰਿਵਾਰ ਕਿਵੇਂ ਰਵੇਗਾ, ਕਿਵੇਂ ਪਲੇਗਾ, ਤੂੰ ਲੋਕਾਂ ਦੇ ਦੁੱਖ ਵੰਡਾਉਂਦਾ ਫਿਰਦਾ, ਤੂੰ ਵੱਡਾ ਫਕੀਰ ਬਣਿਆ। ਕਿਉਂਕਿ ਸਮਾਜ ਵਿੱਚ ਇਹ ਸ਼ਬਦ ਜਿਹੜੇ ਨੇ ਵਰਤੇ ਜਾਂਦੇ ਨੇ, ਤੂੰ ਫਕੀਰ ਬਣ ਗਿਆ, ਤੂੰ ਸਾਦੇ ਕੱਪੜੇ ਪਾਲੇ ਨੇ, ਤੈਨੂੰ ਕੋਈ ਪਰਵਾਹ ਹੀ ਨਹੀਂ ਹੈਗੀ, ਲੋਕ ਕੀ ਕਹਿਣਗੇ, ਸਾਨੂੰ ਲੋਕ ਤਾਨੇ ਮਾਰਦੇ ਪਏ ਨੇ, ਸਾਡਾ ਸੰਸਾਰ ਤੇ ਜਿਉਣਾ ਔਖਾ ਹੋਇਆ ਪਿਆ। ਹਜ਼ੂਰ ਪਾਤਸ਼ਾਹ ਜੀ ਦੇ ਸਤਿਕਾਰਯੋਗ ਭੈਣ ਬੇਬੇ ਨਾਨਕੀ ਜੀ ਚੰਦੋ ਰਾਣੀ ਨੂੰ ਸਮਝਾਉਂਦੇ ਨੇ ਕਿ ਮਾਸੀ ਇੰਜ ਨਾ ਕਰ, ਵੀ ਮੇਰਾ ਭਰਾ ਜਿਹੜਾ ਨਾ ਜਿਹਨੂੰ ਤੂੰ ਐਸੇ ਐਸੇ ਭਿਆਨਕ ਸ਼ਬਦ ਵਰਤਦੀ ਪਈ ਹੈ, ਪਰਮੇਸ਼ਰ ਰੂਪ ਹੈ। ਰਹੀ ਗੱਲ, ਤੂੰ ਇਹ ਦੱਸ ਵੀ ਤੇਰੀ ਧੀ ਨੂੰ ਕਦੀ ਕੋਈ ਕਮੀ ਆਈ ਆ? ਵੀ ਜੇ ਇਹ ਬਾਹਰ ਅੰਦਰ ਵਿਚਰਦਾ ਹੈ, ਕਿ ਤੇਰੀ ਧੀ ਨੂੰ ਕਦੀ ਪ੍ਰਸ਼ਾਦਾ ਨਹੀਂ ਮਿਲਿਆ, ਜਾਂ ਤੇਰੀ ਧੀ ਨੂੰ ਕਦੀ ਕੱਪੜੇ ਨਹੀਂ ਮਿਲੇ, ਜਾਂ ਇਹਦੇ ਬੱਚਿਆਂ ਨੂੰ ਕਦੀ ਕੋਈ ਦੁੱਖ ਮਿਲਿਆ ਹੋਵੇ ਤਾਂ ਤੂੰ ਸਾਨੂੰ ਉਲਾਮਾ ਦੇ। ਪਰ ਤੇਰਾ ਹੱਕ ਨਹੀਂ ਬਣਦਾ ਇਸ ਤਰ੍ਹਾਂ ਤੂੰ ਉਲਾਮੇ ਦਵੇਂ, ਕਿਉਂਕਿ ਮੇਰਾ ਵੀਰ ਜਿਹੜਾ ਉਹ ਕਰਤਾ ਅਕਾਲ ਪੁਰਖ ਪਰਮੇਸ਼ਰ ਦਾ ਰੂਪ ਹੈ। ਹੁਣ ਇੱਕ ਪਾਸੇ ਚੰਦੋ ਰਾਣੀ ਖੜੀ ਹੈ, ਇੱਕ ਪਾਸੇ ਸਾਹਿਬ ਦੀ ਭੈਣ ਖੜੀ ਹੈ ਬੇਬੇ ਨਾਨਕੀ। ਸੋ ਇਹ ਸਾਰੀ ਗੱਲਬਾਤ ਚੱਲਦੀ ਤੇ ਆਖਰ ਜਿਵੇਂ ਪੰਚਾਇਤ ਵਿੱਚ ਵੀ ਕਿਹਾ ਜਾਂਦਾ ਹੁੰਦਾ ਨਾ ਵੀ ਹੁਣ ਇਹਨਾਂ ਤੇ ਸੁੱਟੋ ਕੀ ਕਹਿਣਾ ਚਾਹੁੰਦੇ ਨੇ। ਹਜ਼ੂਰ ਦੇ ਮਹਿਲ ਮਾਤਾ ਸੁਲੱਖਣੀ ਜੀ ਨੂੰ ਪੁੱਛਿਆ ਵੀ ਤੁਹਾਡਾ ਕੀ ਵਿਚਾਰ ਹੈ, ਤੇ ਉਹ ਬੜੇ ਪਿਆਰ ਨਾਲ ਅੱਗੋਂ ਵਿਦਵਾਨ ਕਹਿੰਦੇ ਵੀ ਹੱਥ ਜੋੜ ਕੇ ਉਹਨੇ ਕਿਹਾ ਵੀ ਐ ਪਤੀ ਪਰਮੇਸ਼ਰ ਬਾਬਾ ਮੈਂ ਤੇਰੇ ਨਾਲ ਹੀ ਰਹਿਣਾ। ਤੇ ਨਾਲ ਰਹਿਣ ਦਾ ਭਾਵ ਇਹ ਨਹੀਂ ਵੀ ਜਿੱਥੇ ਤੂੰ ਉਦਾਸੀਆਂ ਤੇ ਜਾਏਗਾ ਮੈਂ ਨਾਲ ਜਾਣਾ, ਭਾਵ ਮੈਂ ਤੇਰੇ ਲੜ ਲੱਗੀ, ਮੈਂ ਤੇਰੇ ਕੋਲ ਹੀ ਰਹਿਣਾ। ਤੇ ਸਾਹਿਬ ਉੱਥੇ ਪਿਆਰ ਨਾਲ ਕਹਿੰਦੇ ਨੇ, ਕਹਿੰਦੇ ਵੀ ਸੁਲੱਖਣੀਏ ਮੇਰੀ ਜ਼ਿੰਦਗੀ ਦੇ ਵਿੱਚ ਜੇ ਮੇਰੇ ਨਾਲ ਤੁਰਨਾ ਬੜੇ ਵਿਖੜੇ ਪੈਂਡਿਆਂ ਤੋਂ ਗੁਜ਼ਰਨਾ ਪੈਂਦਾ ਹੀ। ਜੇ ਤੂੰ ਇੱਥੇ ਵੀ ਰਵੇਂਗੀ ਮੇਰਾ ਪਤਾ ਨਹੀਂ ਮੈਂ ਇੱਕ ਵਾਰ ਗਿਆ ਕਿੰਨੇ ਸਾਲੀ ਮੁੜਨਾ। ਬੜੇ ਦੁੱਖ ਤਕਲੀਫਾਂ ਜਿਹੜੀਆਂ ਨੇ ਉਹ ਝੱਲਣੀਆਂ ਪੈਂਦੀਆਂ ਨੇ, ਪਰਖਦੇ ਨੇ ਹਜ਼ੂਰ ਪਾਤਸ਼ਾਹ ਜੀ। ਤੇ ਉਹਨੇ ਅੱਗੋਂ ਹੱਥ ਜੋੜੇ ਤੇ ਬੜੇ ਪਿਆਰ ਵਿੱਚ ਫਿਰ ਉਹਨੇ ਕਿਹਾ ਵੀ ਇਹ ਜਿੰਦ ਤੇਰੀ, ਇਹ ਤਨ ਤੇਰਾ, ਜਿਸ ਦਿਨ ਤੋਂ ਤੇਰੇ ਲੜ ਲੱਗ ਗਈ ਆ ਉਸ ਦਿਨ ਤੋਂ ਮੇਰਾ ਸਭ ਕੁਝ ਤੇਰਾ, ਮੇਰਾ ਕਰਤਾਰ ਵੀ ਤੂੰ, ਮੇਰਾ ਦਾਤਾਰ ਵੀ ਤੂੰ, ਭਾਵ ਮੇਰੀ ਜ਼ਿੰਦਗੀ 'ਚ ਦਾਤਾਂ ਦੇਣ ਵਾਲਾ ਵੀ ਤੂੰ ਤੇ ਮੇਰਾ ਅੱਗਾ ਸਵਾਰਨ ਵਾਲਾ, ਪਰਲੋਕ ਸਵਾਰਨ ਵਾਲਾ ਵੀ ਤੂੰ। ਹਜ਼ੂਰ ਪਾਤਸ਼ਾਹ ਤੁੱਠੇ ਤੇ ਉੱਥੇ ਮਹਾਰਾਜ ਸਾਹਿਬ ਇਤਿਹਾਸ ਕਹਿੰਦਾ ਕਿ ਸਤਿਗੁਰੂ ਪਾਤਸ਼ਾਹ ਜੀ ਨੇ ਫਿਰ ਇਹ ਪਾਵਨ ਬਚਨ ਜਿਹੜਾ ਅਸੀਂ ਉਚਾਰਨ ਕੀਤਾ, ਜਿਸ ਦਾ ਇੱਕ ਬਾਹਰੀ ਭਾਵ ਵੀ ਹੈ ਤੇ ਫਿਰ ਨਾਲ ਨਾਲ ਇਹਦਾ ਅੰਤਰੀਵ ਭਾਵ ਵੀ ਹੈ। ਹਜ਼ੂਰ ਨੇ ਜੋ ਕਿਰਪਾ ਕੀਤੀ ਆਪਾਂ ਸਰਵਣ ਕਰੀਏ। ਇੱਕ ਓੰਕਾਰ ਸਤਨਾਮ, ਉਹ ਕਰਤਾ ਅਕਾਲ ਪੁਰਖ ਪਰਮੇਸ਼ਰ ਇੱਕ ਹੈ, ਉਹਦਾ ਨਾਮ ਜਿਹੜਾ ਉਹ ਸਤ ਹੈ, ਉਹਦਾ ਨਾਮ ਜਿਹੜਾ ਉਹ ਸੱਚਾ ਹੈ। ਤੂੰ ਇੰਜ ਕਰ, ਸਤ ਉਹ ਜਿਹੜਾ ਸਤ ਚਿਤ ਆਨੰਦ ਸਰੂਪ ਪਰਿਪੂਰਨ ਪਰਮੇਸ਼ਰ ਹੈ ਉਹਦੇ ਨਾਲ ਤੂੰ ਜੁੜ ਜਾਣਾ ਕਰ। ਮਹਾਰਾਜ ਉਹ ਕੈਸਾ ਹੈ? ਤਾਂ ਸਾਹਿਬ ਕਹਿੰਦੇ ਕਰਤਾ ਪੁਰਖ ਉਹ ਸਾਰੀ ਸ੍ਰਿਸ਼ਟੀ ਦਾ ਕਰਤਾ ਹੈ, ਉਹ ਰਚਨਹਾਰਾ ਹੈ, ਅਕਾਲ ਪੁਰਖ ਹੈ। ਬਾਕੀ ਤੇ ਸਾਰੀ ਸ੍ਰਿਸ਼ਟੀ ਜਿਹੜੀ ਹਮ ਸਹਿ ਕੇਰੀਆਂ ਦਾਸੀਆਂ ਸਾਚਾ ਖਸਮ ਹਮਾਰਾ, ਇਹ ਸਾਰੀਆਂ ਇਸਤਰੀਆਂ ਨੇ। ਕਰਤਾ ਤੇ ਉਹ ਕੇਵਲ ਅਕਾਲ ਪੁਰਖ ਪਰਮੇਸ਼ਰ ਹੈ। ਨਿਰਭਉ ਨਿਰਵੈਰ, ਉਹਨੂੰ ਕਿਸੇ ਦਾ ਕੋਈ ਭਉ ਨਹੀਂ ਹੈਗਾ। ਹਾਲੇ ਕਿ ਆਪਾਂ ਜਿੰਨੇ ਵੀ ਸੰਸਾਰ ਦੇ ਜੀਵ ਆ ਸਾਡੇ ਅੰਦਰ ਡਰ ਹੈ। ਤੇ ਆਪ ਜੀ ਹੈਰਾਨ ਹੋਵੋਗੇ ਵੀ ਬੜੇ ਲੋਕ ਅਸੀਂ ਜ਼ਿੰਦਗੀ 'ਚ ਵੇਖੇ ਆ ਜੀ, ਉਹ ਕਹਿੰਦੇ ਮੈਂ ਕਿਸੇ ਤੋਂ ਡਰਦਾ ਹੀ ਨਹੀਂ। ਆਮ ਤੁਹਾਨੂੰ ਵੀ ਮਿਲਦੇ ਹੋਣਗੇ, ਸਾਨੂੰ ਵੀ ਮਿਲਦੇ ਹੋਣਗੇ, ਬੜੇ ਐਸੇ ਬੈਠੇ ਵੀ ਹੋਣਗੇ ਜਿਹੜੇ ਕਹਿੰਦੇ ਮੈਂ ਕਿਸੇ ਤੋਂ ਡਰਦਾ ਹੀ ਨਹੀਂ, ਮੈਨੂੰ ਮੌਤ ਦਾ ਵੀ ਡਰ ਹੈ ਨਹੀਂ, ਮਾਰ ਹੀ ਦੇਗਾ ਨਾ ਅਗਲਾ, ਮੈਂ ਨਹੀਂ ਡਰਦਾ। ਪਰ ਯਾਦ ਰੱਖਿਓ ਜ਼ਰੂਰੀ ਨਹੀਂ ਕਿ ਜਿਹੜਾ ਬੰਦਾ ਮੌਤ ਤੋਂ ਨਹੀਂ ਡਰਦਾ ਜਾਂ ਸਮਾਜ ਵਿੱਚ ਕਿਸੇ ਤੋਂ ਨਹੀਂ ਡਰਦਾ ਤੇ ਆਪਾਂ ਕਹਿ ਦਈਏ ਵੀ ਇਹ ਨਿਰਭਉ ਹੋ ਗਿਆ। ਨਹੀਂ, ਹਰ ਬੰਦੇ ਅੰਦਰ ਡਰ ਹੈ। ਬੜੀ ਇਹਦੀ ਵਿਆਖਿਆ ਮੈਂ ਥੋੜ੍ਹਾ ਜਿਹਾ ਇਸ਼ਾਰਾ ਤਾਂ ਕਿ ਸ਼ੰਕਾ ਨਾ ਰਹਿ ਜਾਵੇ। ਜਵਾਨ ਜਿੰਨਾ ਮਰਜ਼ੀ ਆਪਣੇ ਆਪ ਨੂੰ ਪੱਥਰ ਦਿਲ ਕਰ ਲੇ, ਪਰ ਫਿਰ ਵੀ ਉਹਦੇ ਅੰਦਰ ਡਰ ਹੈ ਕਿ ਮੇਰੀ ਜਵਾਨੀ ਨਾ ਚਲੀ ਜਾਵੇ। ਇੱਕ ਡਰ ਹੈ ਮਨੁੱਖ ਦੇ ਅੰਦਰ। ਕਿਸੇ ਬੰਦੇ ਕੋਲ ਅਹੁਦਾ ਹੋਵੇ, ਕੋਈ ਸੰਸਾਰ 'ਤੇ ਮਰਾਤਬਾ ਹੋਵੇ, ਕੋਈ ਪੋਸਟ ਹੋਵੇ, ਉਹਨੂੰ ਹਰ ਵਾਰ ਇਹ ਡਰ ਬਣਿਆ ਰਹਿੰਦਾ ਮੇਰੀ ਪੋਸਟ ਨਾ ਚਲੀ ਜੇ, ਮੇਰੀ ਪਦਵੀ ਨਾ ਚਲੀ ਜਾਵੇ। ਸੰਸਾਰ ਵਿੱਚ ਬੰਦੇ ਕੋਲ ਮਾਣ ਇੱਜ਼ਤ ਸਨਮਾਨ ਹੋਵੇ ਤੇ ਹਰ ਬੰਦੇ ਦੇ ਅੰਦਰ ਡਰ ਹੈ ਕਿ ਮੇਰੀ ਇੱਜ਼ਤ ਨਾ ਚਲੀ ਜਾਵੇ। ਬਾਕੀ ਜੋ ਮਰਜ਼ੀ ਹੋ ਜੇ ਪਰ ਸਾਡੀ ਇੱਜ਼ਤ ਨਾ ਚਲੀ ਜਾਏ। ਇਹ ਡਰ ਹੈ ਮਨੁੱਖ ਦੇ ਅੰਦਰ।
ਇਸ ਤਰ੍ਹਾਂ ਦੇ ਛੋਟੇ ਛੋਟੇ ਬੜੇ ਡਰ ਨੇ। ਕੋਈ ਬੰਦਾ ਚਾਹੁੰਦਾ ਮੈਂ ਰੋਗੀ ਹੋ ਜਾ, ਕਦੀ ਸੁਣਿਆ ਕਿਸੇ ਦੇ ਮੂੰਹੋਂ ਵੀ ਰੱਬ ਮੈਨੂੰ ਰੋਗੀ ਕਰ ਦੇ? ਨਹੀਂ। ਹਾਲਾਂਕਿ ਇਹ ਡਰ ਹੈ ਕਿ ਰੱਬ ਨਾ ਕਰੇ ਕਿਤੇ ਮੈਨੂੰ ਕੋਈ ਬਿਮਾਰੀ ਚੰਬੜ ਜੇ, ਡਰ ਹੈ ਸਾਡੇ ਅੰਦਰ। ਰੱਬ ਨਾ ਕਰੇ ਮੇਰੇ ਘਰ ਵਿੱਚ ਆ ਹੋ ਜੇ, ਰੱਬ ਨਾ ਕਰੇ ਸਾਡੇ ਘਰ ਵਿੱਚ ਆ ਹੋ ਜੇ। ਅਸੀਂ ਡਰ ਕੇ ਜਿਉਂਦੇ ਹਾਂ ਜ਼ਿੰਦਗੀ, ਇਸ ਲਈ ਅਸੀਂ ਨਿਰਭਉ ਨਹੀਂ ਹੋ ਸਕਦੇ। ਬਾਹਰੋਂ ਅਸੀਂ ਜਿੰਨਾ ਮਰਜ਼ੀ ਰੌਲਾ ਪਾ ਲਈਏ ਮੈਂ ਕਿਸੇ ਤੋਂ ਨਹੀਂ ਡਰਦਾ, ਅੰਦਰੇ ਅੰਦਰ ਅਸੀਂ ਬਹੁਤ ਡਰਦੇ ਪਏ ਹਾਂ। ਤਾਂ ਹਜ਼ੂਰ ਕਹਿੰਦੇ ਉਹ ਪਰਮੇਸ਼ਰ ਹੈ ਜਿਹੜਾ ਨਿਰਭਉ ਹੈ। ਫਿਰ ਨਿਰਵੈਰ, ਉਹ ਕਿਸੇ ਨਾਲ ਕੋਈ ਵੈਰ ਨਹੀਂ ਕਰਦਾ। ਤੇ ਆਪਾਂ ਕਹਿ ਦਿੰਨੇ ਮੇਰਾ ਕਿਸੇ ਨਾਲ ਕੋਈ ਵੈਰ ਵਿਰੋਧ ਨਹੀਂ ਹੈਗਾ। ਕਹਿਣ ਦਾ ਭਾਵ ਇਹ ਹੁੰਦਾ ਹੈ, ਅਸੀਂ ਨਾ ਕਈ ਵਾਰ ਇਹਨਾਂ ਛੋਟੀਆਂ ਗੱਲਾਂ ਤੋਂ ਸ਼ਾਇਦ ਇਹ ਜਤਾਉਣਾ ਚਾਹੁੰਦੇ ਹੁੰਦੇ ਆ ਵੀ ਮੈਂ ਵੀ ਸ਼ਾਇਦ ਪਰਮਾਤਮਾ ਵਰਗਾ ਹੀ ਆ, ਜੋ ਉਹਦਾ ਕਿਸੇ ਨਾਲ ਵੈਰ ਨਹੀਂ। ਨਾ ਜੀ, ਸਾਡਾ ਵੀ ਕਿਸੇ ਨਾਲ, ਸਾਰੇ ਪਿੰਡ 'ਚ ਪੁੱਛ ਲਓ, ਸਾਡਾ ਕਿਸੇ ਨਾਲ ਕੋਈ ਵੈਰ ਹੀ ਹੈ ਨਹੀਂ। ਜ਼ਰੂਰੀ ਨਹੀਂ ਕਿ ਜੇ ਤੁਸੀਂ ਬਾਹਰੀ ਤੌਰ 'ਤੇ ਕਿਸੇ ਨਾਲ ਨਹੀਂ ਲੜੇ, ਅੱਜ ਤੱਕ ਡਾਂਗਾ ਨਹੀਂ ਚਲਾਈਆਂ, ਤੇ ਤੁਹਾਡਾ ਕਿਸੇ ਨਾਲ ਵੈਰ ਨਹੀਂ ਹੈਗਾ। ਹਰ ਬੰਦੇ ਦਾ ਦੁਨੀਆ 'ਤੇ ਵੈਰ ਹੈ। ਆਪ ਜੀ ਹੈਰਾਨ ਹੋਵੋਗੇ ਵੀ ਇੱਦਾਂ ਕਿਵੇਂ ਕਹਿ ਦਿੱਤਾ ਤੁਸੀਂ, ਪਰ ਸੱਚਾਈ ਹੈ। ਜ਼ਰੂਰੀ ਅਸੀਂ ਮਨ ਕਰਕੇ, ਕਈ ਵਾਰ ਆਪਾਂ ਕਹਿੰਦੇ ਹੁੰਦੇ ਉਹਦੇ ਨਾਲ ਮੇਰਾ ਸੁਭਾਅ ਨਹੀਂ ਰਲਦਾ, ਉਹਦੇ ਨਾਲ ਮੇਰੇ ਵਿਚਾਰ ਨਹੀਂ ਰਲਦੇ, ਉਹਦੇ ਨਾਲ ਮੇਰੀ ਸੋਚ ਨਹੀਂ ਰਲਦੀ। ਭਾਵ ਕੀ ਹੈ? ਇੱਕ ਵੈਰ ਹੋ ਗਿਆ ਨਾ, ਵੀ ਉਹ ਜੋ ਸੋਚਦਾ ਉਹ ਮੈਂ ਨਹੀਂ ਕਰਨਾ ਚਾਹੁੰਦਾ, ਜੋ ਮੈਂ ਕਰਨਾ ਚਾਹੁੰਦਾ ਉਹ ਨਹੀਂ ਸੋਚਦਾ, ਮੈਂ ਉਹਦੇ ਨਾਲ ਨਹੀਂ ਜਾਣਾਗਾ। ਕਿਉਂ? ਨਹੀਂ, ਉਹਦਾ ਸੁਭਾਅ ਥੋੜ੍ਹਾ ਜਿਹਾ ਵੱਖਰਾ, ਮੈਨੂੰ ਸਫ਼ਰ 'ਚ ਔਖਾ ਹੋ ਜਾਏਗਾ। ਇਹ ਵੈਰ ਹੀ ਹੈ ਇੱਕ। ਉਸ ਤੋਂ ਬਾਅਦ ਜੇ ਆਪਾਂ ਕਹੀਏ ਸਾਡਾ, ਮੈਂ ਜ਼ਿਕਰ ਕਰਦਾ ਹੁੰਦਾ ਵੀ ਸਭ ਤੋਂ ਵੱਡਾ ਵੈਰ ਅਸੀਂ ਆਪਣੇ ਆਪ ਨਾਲ ਕਰ ਰਹੇ ਹਾਂ। ਆਪ ਜੀ ਹੈਰਾਨ ਹੋਵੋਗੇ ਵੀ ਇਹ ਕਿਵੇਂ? ਜਿੰਨੇ ਵੱਡੇ ਦੁਸ਼ਮਣ ਅਸੀਂ ਆਪਣੇ ਆਪ ਦੇ ਹਾਂ, ਉਹਨੇ ਅਸੀਂ ਸੰਸਾਰ ਦੇ ਲੋਕਾਂ ਦੇ ਨਹੀਂ ਆ। ਜਿਸ ਬੰਦੇ ਨੂੰ ਆਪਾਂ ਕਹਿ ਰਹੇ ਮੇਰੀ ਜਾਨ ਲੈ ਲੈਣੀ, ਮੈਂ ਤਾਂ ਬੜਾ ਵੱਡਾ ਦੁਸ਼ਮਣ ਆ, ਸ਼ਾਇਦ ਤੂੰ ਉਹਦਾ ਓਡਾ ਵੱਡਾ ਦੁਸ਼ਮਣ ਨਹੀਂ ਜਿੰਨਾ ਤੂੰ ਆਪਣਾ ਵੱਡਾ ਬਣ ਗਿਆ। ਤੇ ਆਪਣਾ ਦੁਸ਼ਮਣ ਹਰ ਮਨੁੱਖ ਬਣਿਆ ਹੋਇਆ। ਆਪ ਜੀ ਪੁੱਛੋ ਕਿਵੇਂ? ਤਾਂ ਇਹਦਾ ਇੱਕ ਕਾਰਨ ਇਹ ਹੈ ਕਿ ਇੱਕ ਬੰਦੇ ਨੂੰ ਅਸੀਂ ਮਾਰਨ ਤੇ ਆ ਗਏ, ਅਸੀਂ ਇੱਕ ਦਿਨ ਹਥਿਆਰ ਚੁੱਕਿਆ ਸੀ, ਉਹਨੂੰ ਮਾਰ ਦਿੱਤਾ, ਕਹਾਣੀ ਖਤਮ ਹੋ ਗਈ। ਪਰ ਆਪਣੇ ਆਪ ਨੂੰ ਤੇ ਅਸੀਂ ਰੋਜ਼ ਮਾਰਦੇ ਹਾਂ, ਤੜਫਾ ਕੇ ਮਾਰਦੇ ਹਾਂ। ਅਸੀਂ ਆਪਣੀ ਜ਼ਿੰਦਗੀ ਨੂੰ ਚਿੰਤਾਵਾਂ ਦੇ ਵਿੱਚ ਮਾਰਦੇ ਹਾਂ, ਦੁੱਖਾਂ ਵਿੱਚ ਮਾਰਦੇ ਹਾਂ, ਤਕਲੀਫਾਂ 'ਚ, ਰਾਗ ਦਵੈਸ਼ ਈਰਖਾ ਦੇ ਵਿੱਚ ਮਾਰਦੇ ਹਾਂ, ਮਾਣ ਅਪਮਾਨ ਵਿੱਚ ਮਾਰਦੇ ਹਾਂ। ਫਿਰ ਪਰਮੇਸ਼ਰ ਨਾਲੋਂ ਟੁੱਟ ਕੇ ਵਿਛੋੜੇ ਦੇ ਦੁੱਖ ਵਿੱਚ ਮਾਰਦੇ ਹਾਂ। ਕਿ ਆਪਣੇ ਆਪ ਨਾਲ ਅਸੀਂ ਵੈਰ ਨਹੀਂ ਕਰ ਰਹੇ? ਸਾਡੀ ਜਿੰਦ ਕਿੰਨੀ ਤੜਫਦੀ ਹੈ ਪਰਮੇਸ਼ਰ ਤੋਂ ਵਿਛੜ ਕੇ। ਕਦੀ ਅਸੀਂ ਇਸ ਦੁੱਖ ਨੂੰ ਮਹਿਸੂਸ ਕੀਤਾ? ਜਦੋਂ ਕਿਸੇ ਦਾ ਦੁੱਖ ਨਾ ਮਹਿਸੂਸ ਹੁੰਦਾ ਹੋਵੇ, ਉਹਨੂੰ ਹੀ ਤਾਂ ਕਹਿੰਦੇ ਵੀ ਇਹਦੇ ਨਾਲ ਵੈਰ ਕੱਢਦਾ ਪਿਆ, ਇਹ ਪੱਥਰ ਦਿਲ ਹੋ ਗਿਆ। ਆਪਣੇ ਆਪ ਨਾਲ ਅਸੀਂ ਵੈਰ ਕੱਢਦੇ ਪਏ, ਇਸ ਕਰਕੇ ਅਸੀਂ ਨਿਰਵੈਰ ਨਹੀਂ ਹੋ ਸਕਦੇ। ਤਾਂ ਹਜ਼ੂਰ ਅਕਾਲ ਪੁਰਖ ਪਰਮੇਸ਼ਰ ਹੀ ਹੈ ਜਿਹੜਾ ਨਿਰਭਉ ਵੀ ਹੈ ਤੇ ਜਿਹੜਾ ਨਿਰਵੈਰ ਵੀ ਹੈ। ਅਕਾਲ ਮੂਰਤ, ਉਹਦਾ ਸਰੂਪ ਜਿਹੜਾ ਹੈ ਉਹ ਅਕਾਲ, ਭਾਵ ਕਾਲ ਤੋਂ, ਸਮੇਂ ਦੀ ਹੱਦ ਤੋਂ ਪਰੇ ਹੈ। ਉਹ ਕਿਸੇ ਸਮੇਂ ਵਿੱਚ ਨਹੀਂ ਆਉਂਦਾ। ਆ ਬਾਕੀ ਸਾਰਾ ਸੰਸਾਰ ਜਿਹੜਾ ਗੁਰੂ ਕਲਗੀਧਰ ਪਾਤਸ਼ਾਹ ਕਹਿੰਦੇ ਔਰ ਸੋ ਕਾਲ ਸਭੈ ਬਸ ਕਾਲ ਕੇ ਏਕ ਹੀ ਕਾਲ ਅਕਾਲ ਸਦਾ ਹੈ। ਕਿ ਬਾਕੀ ਸਾਰਾ ਕੁਛ ਜਿਹੜਾ ਇਹ ਕਾਲ ਦੇ ਅਧੀਨ ਆ ਜਾਣਾ। ਭਾਵੇਂ ਆ ਵੱਡੇ ਵੱਡੇ ਸਮੁੰਦਰ ਪਹਾੜ, ਅਸੀਂ ਕਹਿੰਦੇ ਲਓ ਇਹਨਾਂ ਨੂੰ ਕੌਣ ਢਾਹ ਦੇਗਾ, ਐਡਾ ਸਮੁੰਦਰ ਕੌਣ ਪੂਰ ਕੇ ਰੱਖ ਦੇਵੇਗਾ, ਇੱਥੇ ਤੇ ਟੋਇਆ ਪੂਰਨਾ ਔਖਾ ਹੈ। ਪਰ ਹਜ਼ੂਰ ਕਹਿੰਦੇ ਨਹੀਂ, ਜਿਸ ਦਿਨ ਪਰਮੇਸ਼ਰ ਨੇ ਖੇਡ ਵਰਤਾਉਣੀ ਹੈ, ਇਹ ਮਹਾਕਾਲ ਜਿਸ ਦਿਨ ਖੇਡ ਵਰਤਾਏਗਾ, ਉਸ ਦਿਨ ਇਹ ਵੱਡੇ ਵੱਡੇ ਸਮੁੰਦਰ ਵੀ ਭਰ ਜਾਣੇ ਨੇ, ਤੇ ਉਸ ਦਿਨ ਵੱਡੇ ਵੱਡੇ ਪਹਾੜ ਜਿਹੜੇ ਇਹ ਵੀ ਪੱਧਰੇ ਹੋ ਜਾਣੇ ਨੇ ਬਿਲਕੁਲ। ਫਿਰ ਸਾਹਿਬ ਕਹਿੰਦੇ ਅਜੂਨੀ, ਉਹ ਜੂਨਾਂ ਤੋਂ ਰਹਿਤ ਹੈ, ਉਹ ਕਦੀ ਜੂਨੀ 'ਚ ਨਹੀਂ ਆਉਂਦਾ। ਸਾਹਿਬ ਬਾਣੀ ਅੰਦਰ ਇੱਕ ਬਚਨ ਕਹਿੰਦੇ ਸੋ ਮੁਖ ਜਲੋਂ ਜੇ ਕਹ ਹੈ ਰਾਮ ਜੂਨੀ, ਕਿ ਉਹ ਮੂੰਹ ਜਿਹੜਾ ਜਲ ਜਾਣਾ ਚਾਹੀਦਾ, ਜਿਹੜਾ ਕਹਿੰਦਾ ਰੱਬ ਜੂਨਾਂ ਵਿੱਚ ਆਇਆ, ਪਰਮੇਸ਼ਰ ਜੂਨ ਵਿੱਚ ਆਇਆ, ਪਰਮੇਸ਼ਰ ਇਸ ਤਰ੍ਹਾਂ ਅਵਤਾਰ ਧਾਰਨ ਕੀਤਾ। ਨਹੀਂ, ਉਹ ਬੇਸ਼ੱਕ ਮਨੁੱਖਾ ਦੇਹ ਹੀ ਲੈ ਕੇ ਆਉਂਦਾ, ਪਰ ਜਿਵੇਂ ਅਸੀਂ ਦੇਹ ਹੀ ਲੈ ਕੇ ਸੰਸਾਰ 'ਤੇ ਇੱਕ ਜੂਨ ਭੋਗਣ, ਕਰਮ ਭੋਗਣ ਵਾਸਤੇ ਆਏ ਆ। ਅਸੀਂ ਸਾਰੇ ਕਰਮ ਭੋਗਣ ਵਾਸਤੇ ਆਏ ਆ। ਪਰ ਸਾਹਿਬ ਪਰਮੇਸ਼ਰ ਨੇ ਜਦੋਂ ਸਰਗੁਣ ਸਰੂਪ ਧਾਰਨ ਕੀਤਾ, ਕੋਈ ਨਹੀਂ ਕਹਿ ਸਕਦਾ ਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਵੀ ਪੰਜ ਭੂਤਕ ਸਰੀਰ ਲੈ ਕੇ ਆਏ ਨੇ ਤੇ ਸਾਡਾ ਵੀ ਪੰਜ ਭੂਤਕ ਸਰੀਰ ਹੈ। ਬੜਾ ਵੱਡਾ ਫਰਕ ਹੈ। ਅਸੀਂ ਕਰਮ ਭੋਗਣ ਆਏ ਹਾਂ, ਗੁਰੂ ਨਾਨਕ ਕਰਮ ਭੋਗਣ ਨਹੀਂ ਆਏਗੇ। ਸੋ ਇਸ ਲਈ ਹਜ਼ੂਰ ਪਾਤਸ਼ਾਹ ਕਹਿੰਦੇ ਅਜੂਨੀ ਹੈ, ਜੂਨਾਂ ਤੋਂ ਰਹਿਤ ਹੈ। ਸਹਿ ਭੰਗ, ਉਹ ਸਵਤः ਹੀ ਪ੍ਰਕਾਸ਼ਿਤ ਹੈ, ਉਹਨੂੰ ਕੋਈ ਪ੍ਰਕਾਸ਼ ਨਹੀਂ ਕਰਦਾ। ਨਾ ਬਾਹਰੀ ਤੌਰ 'ਤੇ ਉਹਨੂੰ ਕਿਸੇ ਪ੍ਰਕਾਸ਼ ਦੀ ਲੋੜ, ਨਾ ਗਿਆਨ ਦੇ ਰੂਪ ਵਿੱਚ ਉਹਨੂੰ ਕਿਸੇ ਦੇ ਪ੍ਰਕਾਸ਼ ਦੀ ਲੋੜ ਹੈ। ਜਿਵੇਂ ਆਪਾਂ ਕਿਸੇ ਗਿਆਨੀ ਮਨੁੱਖ ਨੂੰ ਵੇਖੀਏ, ਆਪਾਂ ਕਹਿੰਦੇ ਕਿਹਦੇ ਤੋਂ ਪੜ੍ਹਿਆ? ਫਲਾਣਾ ਸਿਉਂ ਤੋਂ ਪੜ੍ਹਿਆ ਜੀ। ਕਿੰਨੇ ਗਿਆਨ ਦਿੱਤਾ? ਫਲਾਣੇ ਨੇ ਗਿਆਨ ਦਿੱਤਾ। ਪਰ ਪਰਮੇਸ਼ਰ ਨੂੰ ਸਾਹਿਬ ਗੁਰੂ ਨਾਨਕ ਪਾਤਸ਼ਾਹ ਨੇ ਬਾਣੀ ਉਚਾਰਨ ਕੀਤੀ, ਕਿਸੇ ਨੇ ਸਿਖਾਈ, ਕਿਸੇ ਨੇ ਗਿਆਨ ਦਿੱਤਾ। ਕਿ ਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਜੀ ਗੁਰੂ ਨਾਨਕ ਦੇਵ ਮਹਾਰਾਜ ਦੀ ਸੇਵਾ ਵਿੱਚ ਆ ਕੇ ਲੱਗ ਗਏ।
ਲੰਬਾ ਅਰਸਾ ਸੇਵਾ ਕਮਾਈ, ਪਰ ਕਿਤੇ ਇਤਿਹਾਸ 'ਚ ਨਹੀਂ ਆਉਂਦਾ ਕਿ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਹੋਵੇ ਲੈਣਿਆ ਇੱਥੇ ਬਹਿ ਮੈਂ ਤੈਨੂੰ ਸੰਥਿਆ ਕਰਾਵਾਂ, ਲੈਣਿਆ ਇੱਥੇ ਬਹਿ ਮੈਂ ਤੈਨੂੰ ਕੋਈ ਅਰਥ ਪੜ੍ਹਾਵਾਂ ਜਿਹੜੀ ਮੈਂ ਬਾਣੀ ਉਚਾਰਨ ਕੀਤੀ ਆ। ਕਿਉਂਕਿ ਬਾਣੀ ਤੇ ਮਹਾਰਾਜ ਦੇ ਕੋਲ ਹੀ ਸੀ ਨਾ। ਕਿਤੇ ਨਹੀਂ ਕਿਹਾ ਕਿ ਲੈਣਿਆ ਬਹਿ ਇੱਥੇ ਤੈਨੂੰ ਕਥਾ ਸਿਖਾਵਾਂ, ਮੈਂ ਬਹਿ ਜਾ ਇੱਥੇ ਤੈਨੂੰ ਧਰਮ ਦੀ ਗੱਲ ਸਿਖਾਵਾਂ। ਨਹੀਂ, ਉਹ ਕਰਤਾ ਪਰਮੇਸ਼ਰ ਸਹਿ ਭੰਗ, ਉਹ ਸਵਤः ਹੀ ਪ੍ਰਕਾਸ਼ਿਤ ਆਪਣੇ ਆਪ ਵਿੱਚ ਉਹ ਗਿਆਨ ਸਰੂਪ ਹੈ। ਤਾਂ ਹਜ਼ੂਰ ਕਹਿੰਦੇ ਗੁਰ ਪ੍ਰਸਾਦ, ਜੇ ਐਸੇ ਸਤਚਿਤ ਆਨੰਦ ਸਰੂਪ ਪਰਮੇਸ਼ਰ ਦੀ ਗੱਲ ਕਰੇ, ਤੇਰੇ ਮਨ 'ਚ ਕਦੀ ਭਾਵਨਾ ਪੈਦਾ ਹੋਵੇ ਵੀ ਉਹ ਪ੍ਰਾਪਤ ਕਿੱਥੋਂ ਹੋਏ, ਕਿਵੇਂ ਹੋਵੇ, ਤਾਂ ਸਾਹਿਬ ਕਹਿੰਦੇ ਨੇ ਗੁਰੂ ਦੀ ਕਿਰਪਾ ਦਾ ਪਾਤਰ ਬਣਿਆ ਕਰ, ਗੁਰੂ ਦੀ ਹਜ਼ੂਰੀ ਮਾਣਿਆ ਕਰ, ਗੁਰੂ ਦੀ ਬਖਸ਼ਿਸ਼, ਗੁਰੂ ਦੀ ਕਿਰਪਾ ਵਿੱਚੋਂ ਤੈਨੂੰ ਉਹ ਜਿਹੜਾ ਸਤਨਾਮ ਕਰਤਾ ਪੁਰਖ ਪਰਮੇਸ਼ਰ ਹੈ ਉਹਦੀ ਤੈਨੂੰ ਪ੍ਰਾਪਤੀ ਹੋਵੇਗੀ। ਸ਼ਬਦ ਦੀ ਪ੍ਰਾਰੰਭਤਾ ਕਰਦੇ ਨੇ ਹਜ਼ੂਰ ਪਾਤਸ਼ਾਹ। ਤਕਰੀਬਨ 4 ਵਾਰ ਇਸ ਪਾਵਨ ਸ਼ਬਦ ਅੰਦਰ ਮਹਾਰਾਜ ਨੇ ਰਹਾਉ ਸ਼ਬਦ ਵਰਤਿਆ। ਭਾਵ 4 ਵਾਰ ਮਹਾਰਾਜ ਜੀ ਨੇ ਜੋ ਕੇਂਦਰੀ ਭਾਵ ਸ਼ਬਦ ਦਾ ਅਲੱਗ-ਅਲੱਗ ਪੌੜੀ ਤੇ ਹਰ ਪਦੇ ਤੇ ਮਹਾਰਾਜ ਨੇ ਵੱਖਰਾ ਵੱਖਰਾ ਰੱਖਿਆ। ਪ੍ਰਾਰੰਭਤਾ ਕਰਦੇ ਨੇ, ਜਿਉ ਡਰਤ ਹੈ ਆਪਣਾ ਕੈਸਿਉ ਕਰੀ ਪੁਕਾਰ। ਜਿਵੇਂ ਮੈਂ ਉਥਾਨਕਾ ਵਿੱਚ ਜ਼ਿਕਰ ਕੀਤਾ, ਹਜ਼ੂਰ ਦੇ ਮਹਿਲ ਬੜੇ ਪਿਆਰ ਦੇ ਨਾਲ ਕਹਿੰਦੇ ਕਿ ਮੈਂ ਤੁਹਾਡੇ ਨਾਲ ਹੀ ਰਵਾਂਗੀ, ਪਰ ਜਿੰਦ ਥੋੜੀ ਜਿਹੀ ਡਰਦੀ ਹੈ। ਉਹ ਜਿੰਦ ਸਮਾਜਿਕ ਪੱਖ ਨੂੰ ਜਦੋਂ ਵੇਖਦੇ ਆ ਵੀ ਕਈ ਲੋੜਾਂ ਪੈਣਗੀਆਂ, ਕਿਉਂਕਿ ਜਦੋਂ ਤੁਸੀਂ ਮੇਰੇ ਤੋਂ ਦੂਰ ਹੋਣਾ ਹੈ, ਸਰੀਰ ਕਰਕੇ ਦੂਰੀ ਪੈਣੀ ਹੈ, ਘਰ ਦੀਆਂ 100 ਲੋੜਾਂ ਹੁੰਦੀਆਂ ਨੇ, ਤੇ ਮੈਂ ਕਿਹਨੂੰ ਜਾ ਕੇ ਕਹਿਣਾ। ਪਰ ਫਿਰ ਅੰਦਰ ਭਾਵਨਾ ਬਣਦੀ ਕਿ ਮੈਂ ਜੀ ਦੇ ਲੜ ਲੱਗੀ ਹਾਂ, ਉਹ ਤੇ ਆਪ ਸਾਰੇ ਜਗਤ ਦੀਆਂ ਲੋੜਾਂ ਪੂਰੀਆਂ ਕਰਦਾ, ਉਹ ਮੇਰੀਆਂ ਕਿਉਂ ਨਹੀਂ ਕਰੇਗਾ। ਇਹ ਤੇ ਇੱਕ ਭਾਵਨਾ ਹੈ ਜੇ ਅੰਦਰ ਬਣ ਜਾਏਗੀ ਤਾਂ ਇਹਦਾ ਅੰਤਰੀਵ ਭਾਵ ਹੈ। ਇਹ ਜਿੰਦ, ਇਹ ਜੀਵ ਇਸਤਰੀ ਅਰਦਾਸਾਂ ਕਰਦੀ ਹੈ, ਜਿਉ ਡਰਤ ਹੈ ਆਪਣਾ, ਕਿ ਐ ਮੇਰੇ ਅਕਾਲ ਪੁਰਖ ਪਰਮੇਸ਼ਰ, ਆ ਮੇਰੀ ਜਿੰਦ ਜਿਹੜੀ ਇਹ ਡਰਦੀ ਹੈ। ਹਾਲਾਂਕਿ ਪਿੱਛੇ ਸਾਹਿਬ ਜੀ ਨੇ ਕਿਹਾ ਕਿ ਨਿਰਵੈਰ, ਕੇਵਲ ਅਕਾਲ ਪੁਰਖ ਪਰਮੇਸ਼ਰ ਹੀ ਨਿਰਵੈਰ ਹੈ। ਆਪਾਂ ਤੇ ਸਾਰੇ ਵੈਰ ਦੇ ਵਿੱਚ ਤੇ ਭਉ ਦੇ ਵਿੱਚ ਜਿਉਂਦੇ। ਮੈਂ ਪਹਿਲਾਂ ਵੀ ਉਦਾਹਰਨ ਦਿੱਤੀ। ਹੁਣ ਕਾਹਦਾ ਡਰ ਹੈ? ਕੈਸਿਓ ਕਰੀ ਪੁਕਾਰ, ਮੈਂ ਕਿਹਦੇ ਅੱਗੇ ਪੁਕਾਰਾਂ ਕਰਾਂ? ਕਿਉਂਕਿ ਜੇ ਹੋਰ ਕੋਈ ਵੀ ਡਰ ਨਾ ਹੋਵੇ ਤਾਂ ਬੰਦੇ ਨੂੰ ਅੱਗੇ ਦਾ ਡਰ ਜ਼ਰੂਰ ਹੈਗਾ ਕਿ ਅੱਗੇ ਮੇਰੇ ਨਾਲ ਕੀ ਬਣੇਗਾ। ਬਾਹਰੋਂ ਬੰਦਾ ਬੋਲ ਕੇ ਦੱਸੇ ਜਾਂ ਨਾ ਦੱਸੇ, ਹਰ ਬੰਦੇ ਨੂੰ ਅੱਗੇ ਦਾ ਡਰ ਹੈ। ਤੇ ਜੇ ਆਪ ਜੀ ਕਹੋ ਵੀ ਨਹੀਂ ਜੀ ਸਾਨੂੰ ਤਾਂ ਅੱਗੇ ਦਾ ਡਰ ਹੈ ਨਹੀਂ ਹੈ, ਤੇ ਫਿਰ ਯਾਦ ਰੱਖਿਓ ਕਦੀ ਅੱਜ ਤੱਕ ਸੁਣਿਆ ਕਿਸੇ ਮਨੁੱਖ ਦੇ ਜਾਣ ਤੋਂ ਬਾਅਦ ਉਹਦੀ ਅਰਦਾਸ ਇਹ ਹੋਈ ਹੋਵੇ ਵੀ ਰੱਬਾ ਇਹਨੂੰ ਜੂਨਾਂ 'ਚ ਪਾ ਦੀ? ਹਰ ਬੰਦੇ ਦੀ ਅਰਦਾਸ ਹੁੰਦੀ ਪਰਮਾਤਮਾ ਇਹਨੂੰ ਆਪਣੇ ਚਰਨਾਂ 'ਚ ਨਿਵਾਸ ਦੇਈ। ਹਰ ਬੰਦਾ ਜਿਉਂਦੇ ਜੀ ਹੀ ਕਹਿੰਦਾ ਰੱਬ ਕਿਰਪਾ ਕਰੇ ਮੁਕਤ ਹੋ ਜਾਈਏ, ਚਰਨਾਂ 'ਚ ਨਿਵਾਸ ਦੇ ਦੇਵੇ, ਸਵਰਗਵਾਸੀ ਹੋ ਜਾਵੇ। ਹਾਲਾਂਕਿ ਚਲੋ ਗੱਲ ਚੱਲਦੀ ਹੈ, ਸਵਰਗਵਾਸੀ ਸ਼ਬਦ ਜਿਹੜਾ ਹੈ ਉਹ ਵੀ ਸਾਡਾ ਨਹੀਂ ਤੇ ਨਾ ਸਾਨੂੰ ਵਰਤਣਾ ਹੀ ਚਾਹੀਦਾ ਹੈ। ਸ਼ਬਦਾਂ ਦੇ ਨਾਲ ਕੋਈ ਸਿੱਖ ਦੀ ਲੜਾਈ ਨਹੀਂ ਹੈਗੀ ਵੀ ਕਿਹੜੇ ਧਰਮ ਦਾ ਸ਼ਬਦ ਹੈ ਤੇ ਅਸੀਂ ਉਸ ਧਰਮ ਦਾ ਵਿਰੋਧ ਕਰਨਾ ਹੈ। ਪਰ ਗੁਰਮਤਿ ਦੇ ਵਿੱਚ ਗੁਰੂ ਨਾਨਕ ਦੇ ਘਰ ਵਿੱਚ 2 ਸ਼ਬਦ ਵਰਤੇ ਜਾਂਦੇ ਨੇ, ਜਾਂ ਤਾਂ ਪਰਲੋਕਵਾਸੀ ਤੇ ਜਾਂ ਗੁਰਪੁਰਵਾਸੀ। ਇਹ 2 ਸ਼ਬਦ ਵਰਤੇ ਜਾਂਦੇ। ਕਈ ਵਾਰ ਆਪਾਂ ਵੀ ਤਸਵੀਰ ਤੇ ਲਿਖਦੇ ਨੇ ਸਵਰਗਵਾਸੀ ਫਲਾਣਾ ਸਿਉਂ, ਭਾਈ ਸਾਹਿਬ ਵੀ ਅਰਦਾਸ ਕਰ ਲੈਂਦੇ ਨੇ ਵੀ ਸਵਰਗਵਾਸੀ ਫਲਾਣਾ ਸਿਉਂ ਦੀ ਯਾਦ ਵਿੱਚ ਨਹੀਂ, ਗੁਰਪੁਰਵਾਸੀ ਗੁਰਮਤਿ ਦਾ ਸ਼ਬਦ ਹੈ। ਤੇ ਜਾਂ ਫਿਰ ਕਰਤੇ ਪਰਮੇਸ਼ਰ ਦੇ ਘਰ ਪਰਲੋਕਵਾਸੀ ਫਲਾਣਾ ਸਿਉਂ। ਸੋ ਖੈਰ ਵਿਸ਼ਾ ਨਹੀਂ ਹੈ। ਜਿਉ ਡਰਤ ਹੈ ਆਪਣਾ, ਜਿੰਦ ਡਰਦੀ ਹੈ ਵੀ ਅੱਗੇ ਸਾਡਾ ਕੀ ਬਣਨਾ ਹੈ। ਕਿਉਂਕਿ ਜਦੋਂ ਅੱਗੇ ਦੇ ਰਸਤੇ ਨੂੰ ਵੇਖਦੇ ਹਾਂ, ਉਹ ਮਾਰਗ ਜਿਹਦੇ ਪਰਥਾਏ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ, ਜੇ ਮਾਰਗ ਕੇ ਗਣੇ ਜਾਏ ਨਾ ਕੋਸਾ, ਹਰ ਕਾ ਨਾਮ ਉਹਾ ਸੰਗ ਤੋਸਾ। ਜੇ ਪੈਂਡਾ ਮਹਾ ਅੰਧ ਗੁਬਾਰਾ, ਹਰ ਕਾ ਨਾਮ ਸੰਗ ਉਜਿਆਰਾ। ਐਸਾ ਭਿਆਨਕ ਰਸਤਾ ਜਿਹਨੂੰ ਭਗਤ ਸਾਹਿਬ ਜੀ ਕਹਿੰਦੇ ਕਬੀਰ ਜਮ ਕਾ ਠੇਂਗਾ ਬੁਰਾ ਹੈ, ਉਹ ਨਹੀਂ ਸਹਿਆ ਜਾਏ। ਉਹ ਐਸੇ ਭਿਆਨਕ ਰਸਤੇ ਤੇ ਅਸੀਂ ਚੱਲਣਾ। ਤਾਂ ਜਿਉ ਡਰਤ ਹੈ ਆਪਣਾ, ਜਿੰਦ ਡਰਦੀ ਪਈ ਹੈ। ਕੈਸਿਓ ਕਰੀ ਪੁਕਾਰ, ਕਿਹਦੇ ਅੱਗੇ ਪੁਕਾਰਾਂ ਕਰੀਏ? ਕਿਉਂਕਿ ਪੁਕਾਰ ਕਰਨ ਜਿਹਦੇ ਅੱਗੇ ਕਰਨੀ ਹੈ ਉਹਦੇ 'ਚ ਕੁਝ ਬਲ ਤੇ ਹੋਣਾ ਚਾਹੀਦਾ ਨਾ। ਜਦੋਂ ਭਿਖਾਰੀ ਨੇ ਕਿਸੇ ਤੋਂ ਮੰਗਣਾ ਹੈ ਤੇ ਉਹ ਵੀ ਥੋੜ੍ਹਾ ਜਿਹਾ ਅੰਦਾਜ਼ਾ ਲਾ ਲੈਂਦਾ ਵੀ ਮੈਂ ਜਿਹਦੇ ਤੋਂ ਮੰਗਣ ਲੱਗਾ ਵਾਂ ਇਹਦੇ ਪੱਲੇ 'ਚ ਕੁਝ ਹੈਗਾ ਕਿ ਨਹੀਂ ਹੈਗਾ। ਉਹ ਵੀ ਬੰਦਾ ਵੇਖ ਕੇ ਹੱਥ ਅੱਡਦਾ। ਕਦੀ ਵੇਖੋਗੇ ਤੁਸੀਂ ਵੀ ਇੱਕ ਭਿਖਾਰੀ ਦੂਜੇ ਭਿਖਾਰੀ ਅੱਗੇ ਹੱਥ ਅੱਡਿਆ ਹੋਵੇ ਵੀ ਮੈਨੂੰ ਕੁਛ ਦੇ, ਕਿਉਂਕਿ ਉਹਨੂੰ ਪਤਾ ਵੀ ਇਹ ਤੇ ਆਪ ਮੇਰੇ ਵਰਗਾ, ਇਹ ਮੈਨੂੰ ਕੀ ਦੇਗਾ। ਭਿਖਾਰੀ ਨੂੰ ਵੀ ਸਮਝ ਹੈ, ਹੋਰ ਗੱਲ ਛੱਡੋ ਜਾਨਵਰ ਨੂੰ ਵੀ ਸਮਝ ਹੈ ਵੀ ਮੈਂ ਕਿਹਦੇ ਤੋਂ ਮੰਗਣਾ ਹੈ। ਬੰਦੇ ਦੀ ਗੱਲ ਛੱਡੋ ਤੁਸੀਂ, ਕੋਈ ਜਾਨਵਰ ਵੀ ਜਦੋਂ ਆਏਗਾ ਨਾ ਉਹ ਵੀ ਮਨੁੱਖ ਦੇ ਅੱਗੇ ਆ ਕੇ ਖੜਾ ਹੋਵੇਗਾ ਵੀ ਮੈਨੂੰ ਕੁਝ ਖਾਣ ਲਈ ਪਾ, ਭਾਵੇਂ ਮੈਨੂੰ ਕੋਈ ਰੋਟੀ ਦਾ ਟੁੱਕ ਦੇ, ਜੋ ਵੀ ਤੇਰੇ ਕੋਲ ਹੈਗਾ। ਕਦੀ ਨਹੀਂ ਤੁਸੀਂ ਵੇਖਿਆ ਹੈਗਾ ਵੀ ਇੱਕ ਜਾਨਵਰ ਦੂਜੇ ਕੋਲ ਜਾ ਕੇ ਖੜੇ ਵੀ ਮੈਨੂੰ ਕੁਝ ਦੇ ਲਿਆ।
मैं तेरे घर दे दरवाजे अगे खड़ा हाँ। सो इस तरह ये जिंद जिहड़ी डरदी आ भी कैसियों करी पुकार, किहदे अगे पुकारा करिए, क्योंकि ते सारा संसार जिहड़ा है ये टुटिया होया दिसदा है, पूरा कोई दिसदा नहीं पिया। ते आखिर उस परमेश्वर ने अरदास सुनी ते सब कहंदे दुख विसारन सेविया सदा सदा दातार। अंदर समझ आ गई भी पुकार किहदे अगे करनी है। जदों समझ आ गई फिर की कीता, वो जिहड़ा दुखां नूं विसारन वाला, विसारना एक हुंदा दुखां नूं खत्म करना, एक है विसार देना। विसार देना ये बड़ा डूंगा अर्थ है। जिवें आपां शब्द कहने हुंदे मैनूं आ गल भुल गई, तो भुल गई का भाव कि भी हुण मैनूं चेता नहीं होनी, विसर गई मैनूं। विसर गई का भाव भी हुण जिन्ना चिर शायद मेरी जिंदगी मैनूं ये गल चेते नहीं आउणी कि आ चीज़ मेरे तो विसर गई है। बस इनू साहिब पातशाह कहंदे जिहड़े दुख ने वो जिंदगी चों विसर ही गए ने, हुण चेते ही नहीं आउणे भी दुख भी कोई चीज़ हुंदी आ। हुण जो जिंदगी विच पिछां बीतिया सी, जो पाप जो मंद कर्म जिंदगी च होए सी, उन्हां दा चेता ही नहीं आउणा। क्यों? क्योंकि परमेश्वर ने डिलीट ही करते जिंदगी विचों, खत्म ही कर दिते ने। ते मैं ऐसा परमेश्वर जिहड़ा दुखां नूं जिंदगी चों विसार दिंदा, खत्म कर दिंदा है, मैं ऐसे परमेश्वर नूं सेविया, उहदा आराधन कीता, उहदे चरनां नाल जुड़ गई हाँ। ते सदा सदा दातार, जो सदा दातां देण वाला। दुनिया दे लोक ते एक दिन कुछ वंड लैण, दूजे दिन हत्थ खड़े कर जांदे। कई वार कोई सड़क ते कुछ वंडदा होवे, 2-4 घंटिਆਂ बाद उत्थे कोई आ जाए तो कहंदा भी हुण खत्म हो गया, हुण कल नूं आवीं, ते कल दी भी गल पता नहीं, हुण अगले महीने लावांगे ते उदों आ जावीं, हुण ते खत्म हो गया। पर परमेश्वर दे परथाए साहिब गुरु नानक पातशाह कहंदे ने उन्हें संसार दे अंदर आ जिन्ना भंडारा भरिया होया इनू जो कुछ पाया सो एका वार। कदी वेखिया भी परमेश्वर दुबारा दुबारा सृष्टि दे विच आके चीज़ां भरदा होवे भी आ चीज़ मुक्कण वाली मैं इनू भरदा, आ मुक्कण वाली इनू भरदा। वो सदा सदा दातार। दूजा वो सदा ही दातां दिंदा है। कदी परमेश्वर दे घर दर ते ऐसा नहीं होया कोई मंगण आवे तो उन्हें कुछ मिले ना। हाँ ये गल जरूर मैं कह सकदा, आपां कई बार कहने मैं आ अरदास कीती, मैं आ मंगिया जी मैनू तो मिलिया नहीं। ये हो सकता है गुरु दे रहा सी तू ना प्राप्त किया होवे। जो नाप जी ये भी मन च सवाल आएगा भी ये की गल हुई, गुरु दे रहा हो तो असीं क्यों ना लईए, असीं तो हज़ारां किलोमीटर तो लैण ही आए हैं तो असीं लवांगे किवें नहीं। असल विच की है, जिवें एक अन्ना मनुख हुंदा है ना, अन्ना मनुख, तो उन्होंने तुसीं कोई चीज़ फड़ा रहे हो तो उन्होंने पता नहीं लगता हुंदा, तो हत्थ तुसीं दूजे पासे चीज़ कीती हुंदी तो दूजे पासे हत्थ करी बैठा हुंदा। बस ये हालत हुंदी। कई बार गुरु सानू दात देनी चाह रहा हुंदा है, पर साडा मन कदी असीं किते टेक ला के बैठे हुंदे, कदी किते टेक ला के बैठे हुंदे आ। बस इस तरह की कहानी है। तो हजूर पातशाह कहंदे मेरा दाता मैं उन्होंने सेविया है जिहड़ा सदा ही दातां देण वाला ते दातार है, जिहड़ा कदी हत्थ नहीं घुटदा, जिहड़ा कदी ये नहीं कहंदा कि मैं तैनूं हुण देना नहीं, क्यों तू नास्तिक हो गया, तू मनमुख हो गया। साहिब ते कहंदे अवगण देखत है पर देत ना हारे। गुर कलगीधर पातशाह कहंदे भी वो सारे गुनाह वेख के भी पड़दे ढक के बैठा, वो कदी नहीं कहंदा कि मैं तैनूं भोजन नहीं देना, मैं तैनूं साह नहीं देने, मैं तैनूं पानी नहीं देना। साहिब मेरा नीत नवा सदा सदा दातार। सब कहंदे हो मेरा साहिब जिहड़ा ना वो निता प्रति नवा है। नवा दा भाव की ਉਹਦੇ ਵਿੱਚ रोज़ नवीनता है, तो सदा ही दातार है। वो कदी ऐसा नहीं जिवें संसार ते कई बार कोई बंदा अज दानी है, माफ़ करियो कल नूं भखारी भी हो सकता है। बड़े ऐसे लोग ने जिहड़े कदी लोकां नूं वंडदे हुंदे सी, अज मंगण वास्ते मुथाज होए पए ने। ये तो परमेश्वर की खेड है ना। जिवें शाहजहां की गल करके वेखीए, कदी वो मुल्क का बादशाह है, बड़े गरीबां नूं दान भी करदा है, रोज़ हज़ारां गरीब उहदे तो दातां लैके जांदे। एक दिन खुद पानी के कटोरे वास्ते अपने पुत्र औरंगे दे अगे हत्थ अड्डदा भी मैनूं पानी की चुली दे दे, मेरी जिंदगी बच जाए। तो उन्हें अगों फिर जिहड़ी गल लिखी, उन्हें चिट्ठी लिखी सी ना शाहजहां ने भी मैनूं पानी चाहिदा पीण वास्ते, तो उन्हें अगों जवाब दिता सी औरंगे ने, कहंदा भी तेरे वर्गा मूर्ख नहीं लभना दुनिया ते, मैं बड़े वड्डे मूर्ख वेखे पर तेरे वर्गा नहीं लभना। वो कहंदा भी कारण, कहंदा भी जिस प्याले दे विच तू शाही घोल के, सुक्की शाही नूं पानी च घोलिया जांदा सी, जिस प्याले विच तू शाही घोल के पानी खराब कीता है ते मेरे तो चिट्ठी लिख के मैनूं कहा भी मेरा पानी का प्रबंध किया जाए, ऐ मूर्ख इंसान उस प्याले नूं पी लैंदा ते तू उहदे च शाही घोल के रख दित्ती। कहंदा तेरे वर्गा मूर्ख नहीं मिलेगा, मैं तैनूं पानी नहीं दे सकदा। वो शाहजहां जिहड़ा दुनिया का बादशाह कहलाउंदा सीगा, पानी वास्ते मुथाज हो गया सीगा। सो कहण दा भाव यह है
ਕਿ ਦਾਤਾਰ ਪਰਮੇਸ਼ਰ ਉਹ ਸਦਾ ਹੀ ਦਾਤਾਰ ਹੈ, ਉਹ ਕਦੀ ਕਿਸੇ ਦਾ ਮੁਹਤਾਜ ਨਹੀਂ ਹੋਏਗਾ, ਤੇ ਉਹਦੇ ਵਿੱਚ ਰੋਜ਼ ਨਵੀਨਤਾ ਹੈ। ਤੁਸੀਂ ਗੁਰੂ ਕੀ ਬਾਣੀ ਨੂੰ ਅੱਜ ਪੜ੍ਹੋ, ਵੱਖਰਾ ਰਸ। ਕੱਲ੍ਹ ਦੀ ਗੱਲ ਛੱਡੋ, ਤੁਸੀਂ ਇੱਕ ਪਾਠ ਜਪਜੀ ਸਾਹਿਬ ਦਾ ਕਰਕੇ ਦੁਬਾਰਾ ਸ਼ੁਰੂ ਕਰ ਲਓ, ਤੁਹਾਨੂੰ ਵੱਖਰਾ ਰਸ ਆਏਗਾ। ਬਾਣੀ ਦਾ ਅਰਥ ਅੱਜ ਜੋ ਕਰ ਰਹੇ ਆ, 2 ਮਿੰਟਾਂ ਬਾਅਦ ਇਹੀ ਸ਼ਬਦ ਦਾ ਅਰਥ ਦੁਬਾਰਾ ਕਰਨ ਲੱਗ ਜਾਓ, ਇਹਦੇ ਵਿੱਚ ਨਵੀਨਤਾ ਆ ਜਾਏਗੀ। ਤਾਂ ਹਜ਼ੂਰ ਪਾਤਸ਼ਾਹ ਕਹਿੰਦੇ ਮੇਰਾ ਸਾਹਿਬ ਜਿਹੜਾ ਉਹ ਸਦਾ ਨਵਾਂ ਹੈ। ਹਜ਼ੂਰ ਗੁਰੂ ਨਾਨਕ ਪਾਤਸ਼ਾਹ ਜੀ ਤੇ ਸਾਹਿਬ ਗੁਰ ਕਲਗੀਧਰ ਪਾਤਸ਼ਾਹ ਤੱਕ ਜਦੋਂ ਅਸੀਂ 10 ਪਾਤਸ਼ਾਹੀਆਂ ਦਾ ਜੀਵਨ ਦੇਖਦੇ ਹਾਂ, ਰੋਜ਼ ਜੀਵਨ ਵਿੱਚ ਨਵੀਨਤਾ, ਰੋਜ਼ ਨਵੀਂ ਬਖਸ਼ਿਸ਼, ਰੋਜ਼ ਨਵੀਂ ਇਤਿਹਾਸ ਦੀ ਘਟਨਾ। ਆਪ ਜੀ ਰੋਜ਼ਾਨਾ ਤਖਤ ਸਾਹਿਬ ਤੋਂ ਇਤਿਹਾਸ ਸੁਣਦੇ ਹੋ, ਰੋਜ਼ ਨਵੀਂ ਘਟਨਾ ਮਹਾਰਾਜ ਦੇ ਜੀਵਨ 'ਚ। ਜੋ ਅੱਜ ਹੋਇਆ ਉਹ ਕੱਲ੍ਹ ਨਹੀਂ ਹੋ ਰਿਹਾ, ਜੋ ਕੱਲ੍ਹ ਹੋਏਗਾ ਉਹ ਪਰਸੋਂ ਨਹੀਂ ਹੋ ਰਿਹਾ। ਰੋਜ਼ ਨਵੀਂ ਬਖਸ਼ਿਸ਼, ਜਿਹਨੂੰ ਇੱਕ ਬਖਸ਼ਿਸ਼ ਦਿੱਤੀ ਉਹ ਦੂਜੇ ਨੂੰ ਨਹੀਂ, ਦੂਜੇ ਨੂੰ ਨਵੀਂ ਬਖਸ਼ਿਸ਼ ਦੇ ਰਹੇ ਨੇ। ਸੋ ਇਸ ਤਰ੍ਹਾਂ ਉਹ ਪਰਮੇਸ਼ਰ ਜਿਹੜਾ ਸਦਾ ਨਵੀਨਤਾ ਨਾਲ ਭਰਿਆ ਹੋਇਆ। ਰਹਾਓ ਠਹਿਰਾਓ ਦੇ ਕੇ ਫਿਰ ਸਾਹਿਬ ਅੱਗੇ ਕਿਰਪਾ ਕਰਦੇ। ਅਨ ਦਿਨ ਸਾਹਿਬ ਸੇਵੀਐ, ਅੰਤ ਛਡਾਏ ਸੋਏ। ਐ ਜੀਵ ਤੂੰ ਇੰਜ ਕਰਿਆ ਕਰ। ਉਹ ਜਿਹੜਾ ਅੰਤ ਛਡਾਏ ਸੋਏ ਵਾਲਾ ਹੈ ਨਾ, ਜਿਹਨੇ ਤੈਨੂੰ ਅਖੀਰਲੇ ਵੇਲੇ ਛਡਾ ਲੈਣਾ, ਤੂੰ ਦਿਨ ਰਾਤ ਉਹਨੂੰ ਸੇਵਿਆ ਕਰ, ਉਹਨੂੰ ਚਿੰਤਨ ਕਰਿਆ ਕਰ, ਉਹਦੇ ਨਾਲ ਸੰਪਰਕ 'ਚ ਰਿਹਾ ਕਰ। ਕਾਰਨ ਸੰਸਾਰੀ ਉਦਾਹਰਣ ਜੇ ਦੇਵਾਂ, ਆਪਾਂ ਕਈ ਵਾਰ ਕਹਿੰਦੇ ਹੁੰਦੇ ਵੀ ਫਲਾਣਾ ਆਫਿਸਰ ਨਾ ਜਿਹੜਾ, ਇਹਦੀ ਸਰਕਾਰੀ ਦਰਬਾਰੇ ਬੜੀ ਚੱਲਦੀ ਆ, ਭਾਵ ਥਾਣੇ ਕਚਹਿਰੀਆਂ 'ਚ ਇਹਦੀ ਬੜੀ ਚੱਲਦੀ ਆ, ਇਹਦੇ ਸੰਪਰਕ 'ਚ ਰਿਹਾ ਕਰੀਏ। ਹੋਰ ਨਹੀਂ ਤੇ ਕਦੀ ਮੈਸੇਜ ਕਰਕੇ ਹਾਲ ਚਾਲ ਜ਼ਰੂਰ ਪੁੱਛਦੇ ਰਿਹਾ ਕਰੀਏ। ਕਾਰਨ ਜੇ ਕਦੀ ਕੋਈ ਇਸ ਤਰ੍ਹਾਂ ਦੀ ਗੱਲ ਬਣ ਗਈ ਤੇ ਛਡਾ ਲਵੇਗਾ। ਜੇ ਕੋਈ ਥਾਣੇ ਕਚਹਿਰੀ ਰੱਬ ਨਾ ਕਰੇ ਕੇਸ ਪਿਆ ਤੇ ਇਹਨੇ ਆਪਾਂ ਨੂੰ ਛਡਾ ਲੈਣਾ। ਜੇ ਰਾਹ ਜਾਂਦੇ ਕਿਸੇ ਨੇ ਰੋਕ ਲਿਆ ਵੀ ਕਾਗਜ਼ ਪੱਤਰ ਦਿਖਾਓ, ਇਹ ਛਡਾ ਲਵੇਗਾ ਆਪਾਂ ਨੂੰ। ਸਾਹਿਬ ਕਹਿੰਦੇ ਜੇ ਸੰਸਾਰੀ ਤੌਰ ਤੇ ਕੋਈ ਮਾੜਾ ਜਿਹਾ ਤੈਨੂੰ ਛਡਾਉਣ ਵਾਲਾ ਹੋਵੇ, ਤੂੰ ਉਹਦੇ ਇੰਨਾ ਸੰਪਰਕ ਦੇ ਵਿੱਚ ਰਹਿੰਦਾ। ਇੱਕ ਹੋਰ ਉਦਾਹਰਣ, ਕਿਉਂਕਿ ਮੇਰੀ ਕੋਸ਼ਿਸ਼ ਹੁੰਦੀ ਗੱਲ ਖੁੱਲ੍ਹ ਜਾਵੇ ਥੋੜ੍ਹੀ ਬਹੁਤੀ। ਕਈ ਵਾਰ ਕਿਤੇ ਕੋਈ ਲੜਾਈ ਝਗੜਾ ਹੋ ਜੇ ਨਾ, ਕਿਸੇ ਚੋਰ ਨੂੰ ਫੜਿਆ ਹੋਵੇ 4 ਲੋਕਾਂ 10 ਨੇ, ਲੋਕ ਉਹਨੂੰ ਕੁੱਟਣ ਲੱਗਣ ਤੇ ਉਹਨੂੰ ਪਤਾ ਵੀ ਸਾਰੇ ਤਾਂ ਮੈਨੂੰ ਮਾਰਦੇ ਪਏ ਨੇ, ਵਿੱਚ ਇੱਕ ਦਾ ਭਲਾ ਪੁਰਖ ਉੱਠ ਕੇ ਕਹਿੰਦਾ ਵੀ ਚੱਲ ਛੱਡੋ, ਜਾਣ ਦਿਓ, ਮਾਰੋ ਨਾ, ਵੀ ਜਾਣ ਦਿਓ, ਚਲੋ ਇਹ ਤੋਂ ਗਲਤੀ ਹੋਈ, ਇਹਨੇ ਮਾਫੀ ਮੰਗ ਲਈ, ਅਗਾਂਹ ਵਾਸਤੇ ਇਹਨੂੰ ਅਲਰਟ ਕਰ ਦਿਓ ਵੀ ਭਾਈ ਤੂੰ ਦੁਬਾਰਾ ਇਸ ਮਹੱਲੇ ਹੀ ਦਿਸਣਾ ਨਹੀਂ ਚਾਹੀਦਾ। ਪਰ ਫਿਰ ਵੀ ਹੁਣ ਕੁਝ ਮਨ ਚਲੇ ਕਹਿਣ ਨਹੀਂ ਅਸੀਂ ਤੈਨੂੰ ਮਾਰਨਾ ਹੀ ਮਾਰਨਾ। ਹੁਣ ਤੁਸੀਂ ਕਦੀ ਵੀ ਨੋਟ ਕਰਿਓ, ਜਿਹੜਾ ਬੰਦਾ ਉਹਦਾ ਹਮਾਇਤੀ ਹੈ ਨਾ ਵੀ ਚਲੋ ਜਾਣ ਦਿਓ, ਮਾਰੋ ਨਾ, ਇਹਨੂੰ ਕੁਝ ਕਹੋ ਨਾ, ਉਹ ਚੋਰ ਜਿਹੜਾ ਹੈ ਨਾ, ਜਿਹੜਾ ਵੀ ਅਪਰਾਧੀ ਹੈ, ਉਹ ਉਸ ਬੰਦੇ ਦੇ ਓਲੇ ਓਲੇ ਹੋ ਕੇ ਤੁਰੇਗਾ। ਕਾਰਨ ਵੀ ਇਹ ਬੰਦਾ ਹੀ ਮੈਨੂੰ ਬਚਾ ਸਕਦਾ, ਬਾਕੀ ਦੇ ਸਾਰੇ ਮਾਰਨ ਵਾਸਤੇ ਤਿਆਰ ਹੋਏ ਪਏ ਨੇ। ਉਹ ਜਿਹੜੇ 5 7 10 ਮਿੰਟ ਖੜਾ ਹੋਊਗਾ, ਉਹ ਬਸ ਉਹਦੇ ਕੋਲ ਰਵੇਗਾ, ਉਹਦੇ ਓਲੇ ਰਵੇਗਾ, ਉਹਦੇ ਪਿੱਛੇ ਹੋਏਗਾ ਵੀ ਇਹ ਬੰਦਾ ਮੇਰਾ ਮਦਦਗਾਰ ਹੈ, ਇਹੀ ਮੈਨੂੰ ਛਡਾ ਸਕਦਾ, ਬਾਕੀ ਨਹੀਂ ਹੁਣ ਮੈਨੂੰ ਕੋਈ ਛਡਾਏਗਾ, ਇਹ ਮੇਰੀ ਹਮਾਇਤ ਕਰਦਾ ਪਿਆ। ਸੰਸਾਰੀ ਤੌਰ ਤੇ ਐਸਾ ਰੋਜ਼ ਸਾਡੀਆਂ ਜ਼ਿੰਦਗੀਆਂ 'ਚ ਵੇਖਣ ਨੂੰ ਮਿਲਦਾ। ਤਾਂ ਸਾਹਿਬ ਕਹਿੰਦੇ ਤੇ ਦੁਨੀਆ ਦੀ ਗੱਲ ਹੈ, ਜਿਸ ਪਰਮੇਸ਼ਰ ਨੇ ਅੰਤ ਛਡਾਏ ਸੋਏ ਤੇਰੇ, ਅੰਤ ਵੇਲੇ ਤੈਨੂੰ ਛਡਾਉਣਾ ਹੈ, ਕਦੀ ਉਹਦੇ ਵੀ ਓਲੇ ਹੋ ਜਿਆ ਕਰ, ਕਦੀ ਉਹਦੇ ਵੀ ਨਾਲ ਖੜ ਜਿਆ ਕਰ, ਕਦੀ ਉਹਦੀ ਵੀ ਸੰਗਤ ਵਿੱਚ ਆ ਜਿਆ ਕਰ, ਕਦੀ ਉਹਦੇ ਵੀ ਚਿੰਤਨ ਵਿੱਚ ਜੁੜਿਆ ਕਰ, ਕਦੀ ਉਹਦੇ ਨਾਲ ਵੀ ਬਾਣੀ ਪੜ੍ਹ ਕੇ ਕੋਈ ਸੰਪਰਕ ਕਰ ਲਿਆ ਕਰ, ਕੋਈ ਹਾਲ ਚਾਲ ਰਾਬਤਾ ਕਾਇਮ ਕਰ ਲਿਆ ਕਰ ਉਹਦੇ ਨਾਲ। ਕਿਉਂਕਿ ਅੰਤ ਵੇਲੇ ਜਿੱਥੇ ਕੋਈ ਵੀ ਮਦਦਗਾਰ ਨਹੀਂ ਹੋ ਬਣਨਾ, ਉੱਥੇ ਸਾਹਿਬ ਕਹਿੰਦੇ ਉਹ ਪਰਮੇਸ਼ਰ ਨੇ ਤੈਨੂੰ ਛਡਾ ਲੈਣਾ ਹੈ। ਸੁਣ ਸੁਣ ਮੇਰੀ ਕਾਮਣੀ ਪਾਰ ਉਤਾਰਾ ਹੋਏ। ਉਹ ਪਤਾ ਕਿੰਨਾ ਦਿਆਲੂ ਹੈ। ਸਾਹਿਬ ਕਹਿੰਦੇ ਮੇਰੀ ਕਾਮਣੀ, ਮੇਰੀਆਂ ਕਾਮਨਾ, ਮੇਰੀਆਂ ਅਰਦਾਸਾਂ ਜਿਹੜੀਆਂ ਨੇ ਉਹ ਸੁਣਦਾ, ਤੇ ਜਦੋਂ ਸੁਣਦਾ ਮੇਰਾ ਪਾਰ ਉਤਾਰਾ ਕਰ ਦਿੰਦਾ। ਪਾਰ ਉਤਾਰਾ ਇੱਕ ਤੇ ਸੰਸਾਰ ਤੋਂ ਪਾਰ ਉਤਾਰਾ ਵੀ ਅਸੀਂ ਮੁਕਤ ਹੋ ਗਏ। ਇੱਕ ਪਾਰ ਉਤਾਰਾ ਕੀ ਹੈ, ਜ਼ਿੰਦਗੀ ਵਿੱਚ ਦੁੱਖ ਆ ਗਿਆ, ਚਿੰਤਾ ਆ ਗਈ, ਲੋਕਾਂ ਨੂੰ ਲੱਗਦਾ ਚੰਗਾ ਭਲਾ, ਪਰ ਚਿੰਤਾ ਦੇ ਸਮੁੰਦਰ ਵਿੱਚ ਮਨੁੱਖ ਡੁੱਬਦਾ ਜਾ ਰਿਹਾ, ਡੁੱਬਦਾ ਜਾ ਰਿਹਾ। ਦਾਤੇ ਨੇ ਰਹਿਮਤ ਕੀਤੀ, ਚਿੰਤਾ ਦੇ ਸਾਗਰ 'ਚ ਉਹਨੂੰ ਕੱਢ ਲਿਆ। ਜਿਸ ਚੀਜ਼ ਦੀ ਚਿੰਤਾ ਸੀ ਉਹ ਕੰਮ ਪੂਰਾ ਹੋ ਗਿਆ, ਚਿੰਤਾ ਖਤਮ ਹੋ ਗਈ, ਤੇ ਇਹ ਕੋਈ ਸਾਗਰ ਤੋਂ ਨਿਕਲਣ ਤੋਂ ਘੱਟ ਨਹੀਂ ਸੀਗਾ। ਇਸ ਲਈ ਸਭ ਕਹਿੰਦੇ ਮੇਰੀਆਂ ਸਾਰੀਆਂ ਕਾਮਨਾ ਉਹ ਸੁਣਦਾ ਹੈ, ਮੇਰੀਆਂ ਅਰਦਾਸਾਂ ਸੁਣਦਾ ਹੈ, ਤੇ ਸੁਣ ਕੇ ਉਹ ਮੇਰਾ ਪਾਰ ਉਤਾਰਾ ਕਰਦਾ, ਮੈਨੂੰ ਰੋਜ਼ ਚਿੰਤਾਵਾਂ ਦੇ ਸਮੁੰਦਰਾਂ 'ਚੋਂ ਕੱਢਦਾ, ਫਿਰ ਮੈਨੂੰ ਸੰਸਾਰ ਦੇ ਵਕਾਰਾਂ ਦੇ ਸਮੁੰਦਰਾਂ 'ਚੋਂ ਕੱਢਦਾ, ਫਿਰ ਮੈਨੂੰ ਸੰਸਾਰ ਦੇ ਮੋਹ ਦੇ ਸਮੁੰਦਰ 'ਚੋਂ ਕੱਢਦਾ। ਅਖੀਰ ਐਡਾ ਕਿਰਪਾਲੂ ਦਿਆਲੂ, ਜਿਸ ਦਿਨ ਮੈਂ ਸੰਸਾਰ ਤੋਂ ਤੁਰਨਾ ਹੈ, ਜਾਂ ਉਹਦੀ ਕਮਾਈ ਵਾਲੇ ਜਦੋਂ ਤੁਰੇ ਨੇ ਤੇ ਉਹਨੇ ਉਹਨਾਂ ਦਾ ਵੀ ਤੁਰਨ ਲੱਗਿਆ ਪਾਰ ਉਤਾਰਾ ਕਰ ਦਿੱਤਾ। ਐਸਾ ਜੋ ਅਕਾਲ ਪੁਰਖ ਦਿਆਲੂ ਕਿਰਪਾਲੂ ਹੈ, ਉਹਦੇ ਬਾਬਤ ਫਿਰ ਸਾਹਿਬ ਕਹਿੰਦੇ ਦਇਆਲ ਤੇਰਾ ਨਾਮ ਤਰਾ। ਐ ਦਇਆਲੂ ਕਿਰਪਾਲੂ ਸਤਿਗੁਰੂ ਤੇਰਾ ਨਾਮ ਤਰਾ, ਮੈਂ ਤੇਰੇ ਨਾਮ ਦੇ ਨਾਲ ਤਰ ਜਾਂਦਾ ਹਾਂ। ਭਾਵ ਤੇਰਾ ਨਾਮ ਜਿਹੜਾ ਹੈ ਉਹ ਤਾਰਨ ਵਾਲਾ। ਤਾਂ ਹੀ ਆਪਾਂ ਰੋਜ਼ ਸ਼ਬਦ ਪੜ੍ਹਦੇ ਹਾਂ, ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋ ਉਤਰੇ ਪਾਰ, ਕਿ ਸ਼ਬਦ ਰੂਪੀ ਜਹਾਜ਼ ਹੈ, ਪਰ ਸ਼ਰਤ ਇਹ ਹੈ ਜਿਹੜਾ ਚੜ੍ਹੇਗਾ ਸੋ ਉਤਰੇ ਪਾਰ।
ਗੰਗਾ ਦੇ ਕਿਨਾਰੇ ਤੇ ਜਾਓ ਤੇ ਜੇ ਤੁਸੀਂ ਬੇੜੀ 'ਚ ਹੀ ਨਹੀਂ ਬੈਠੇ ਤੇ ਪਾਰਲੇ ਕਿਨਾਰੇ ਕਿੱਥੋਂ ਚਲੇ ਜਾਓਗੇ। ਜਿਹੜਾ ਬੈਠੇਗਾ ਉਹੀ ਪਾਰ ਹੋਏਗਾ, ਜਿਹੜਾ ਬੈਠਾ ਹੀ ਨਹੀਂ ਪਾਰ ਕਿੱਦਾਂ ਹੋਊਗਾ। ਬਸ ਇਹੀ ਹੈ, ਜਿਹੜਾ ਸ਼ਬਦ ਦਾ ਅਭਿਆਸੀ ਹੋਏਗਾ ਉਹੀ ਜੀਵਨ ਦੇ ਵਿੱਚ ਇਸ ਸੰਸਾਰ ਸਮੁੰਦਰ ਤੋਂ ਪਾਰ ਹੋਏਗਾ। ਅੰਦਰੋਂ ਕਦੀ ਅਰਦਾਸ ਨਿਕਲੇ, ਸੰਸਾਰ ਸਮੁੰਦੇ ਤਾਰ ਗੋਬਿੰਦੇ ਤਾਰ ਲੈ ਬਾਪ ਬੀਠੋਲਾ, ਕਿ ਸਾਨੂੰ ਸੰਸਾਰ ਸਮੁੰਦਰ ਤੋਂ ਇਹ ਬਾਪ, ਇਹ ਸਾਡੇ ਅਕਾਲ ਪੁਰਖ ਪਰਮੇਸ਼ਰ ਪਿਤਾ ਸਾਨੂੰ ਸੰਸਾਰ ਸਮੁੰਦਰ ਤੋਂ ਤਾਰ। ਤਰਾ ਨਾਮ, ਤੇਰੇ ਨਾਮ ਦੇ ਸਦਕਾ ਮੈਂ ਸੰਸਾਰ ਤੋਂ ਤਰ ਜਾਂਦਾ ਹਾਂ। ਸਦ ਕੁਰਬਾਨੈ ਜਾਉ, ਇਸ ਕਰਕੇ ਮੈਂ ਸਦਾ ਤੇਰੇ ਤੋਂ ਕੁਰਬਾਨ ਅਤੇ ਬਲਿਹਾਰ ਜਾਂਦਾ ਹਾਂ। ਕਿਉਂ? ਕਿਉਂਕਿ ਤੂੰ ਮੇਰੀ ਜਿੰਦ ਦਾ ਰੱਖ ਹੈ, ਤੂੰ ਮੈਨੂੰ ਵਿਸ਼ਿਆਂ ਵਕਾਰਾਂ ਦੀ ਇਸ ਦਲਦਲ ਵਿੱਚੋਂ ਕੱਢ ਲੈਂਦਾ ਹੈ। ਰਹਾਉ, ਠਹਿਰਾਓ ਦੇ ਕੇ ਫਿਰ ਕਿਰਪਾ ਕਰ ਦੇ। ਸਰਬੰ ਸਾਚਾ ਏਕ ਹੈ ਦੂਜਾ ਨਾਹੀ ਕੋਏ, ਉਹ ਸਾਰਿਆਂ ਦੇ ਉੱਤੇ ਸ਼੍ਰੋਮਣੀ ਅਕਾਲ ਪੁਰਖ ਪਰਮੇਸ਼ਰ ਉਹ ਇੱਕ ਹੀ ਹੈ। ਸਾਹਿਬ ਮੇਰਾ ਏਕੋ ਹੈ। ਤਾਂ ਸਾਹਿਬ ਪਾਤਸ਼ਾਹ ਕਹਿੰਦੇ ਦੂਜਾ ਨਾਹੀ ਕੋਏ, ਦੂਜਾ ਕੋਈ ਉਹਦੇ ਵਰਗਾ ਹੈ ਹੀ ਨਹੀਂ ਹੈ। ਦੇਖੋ ਮੈਂ ਅੱਗੇ ਵੀ ਇੱਕ ਦਿਨ ਜ਼ਿਕਰ ਕੀਤਾ ਸੀ, ਸਾਹਿਬ ਗੁਰੂ ਨਾਨਕ ਪਾਤਸ਼ਾਹ ਦੀ ਸਿੱਧਾਂ ਨਾਲ ਚਰਚਾ ਚੱਲੀ ਤੇ ਸਿੱਧ ਕਹਿੰਦੇ ਨੇ ਵੀ ਪਰਮੇਸ਼ਰ ਬੜਾ ਸਮਰੱਥ, ਉਹ ਸਭ ਕੁਝ ਕਰਦਾ ਹੈ। ਹਜ਼ੂਰ ਕਹਿੰਦੇ ਕੋਈ ਸ਼ੱਕ ਨਹੀਂ, ਉਹ ਸਭ ਕੁਝ ਕਰ ਲੈਂਦਾ ਹੈ, ਪਰ ਤੁਹਾਨੂੰ ਪਤਾ ਵੀ ਇੱਕ ਕੰਮ ਰੱਬ ਨਹੀਂ ਕਰ ਸਕਦਾ। ਸਿੱਧ ਬੜੇ ਹੈਰਾਨ ਹੋਏ, ਕਹਿੰਦੇ ਵੀ ਐਸਾ ਕਿਹੜਾ ਕੰਮ ਹੈ? ਅਸੀਂ ਸਿੱਧ ਲੋਕ, ਰਿੱਧੀਆਂ ਸਿੱਧੀਆਂ ਦੇ ਮਾਲਕ, ਅਸੀਂ ਇੰਨਾ ਕੁਝ ਕਰ ਲੈਨੇ। ਅਸੀਂ ਚਾਹੀਏ ਅਸੀਂ ਪਹਾੜ ਉਡਾ ਕੇ ਰੱਖ ਦਈਏ, ਅਸੀਂ ਰੁੱਖ ਉਡਾ ਕੇ ਰੱਖ ਦਿੰਦੇ ਹਾਂ, ਸੁੱਕੇ ਰੁੱਖਾਂ ਨੂੰ ਫੂਕ ਮਾਰ ਕੇ ਅਸੀਂ ਹਰੇ ਕਰ ਦਿੰਦੇ, ਹਰਿਆਂ ਨੂੰ ਸੁਕਾ ਕੇ ਰੱਖ ਦਿੰਦੇ। ਅਸੀਂ 4 ਦਿਨ ਤਪੱਸਿਆ ਕੀਤੀ, ਸਾਡੇ ਕੋਲ ਇੰਨਾ ਕੁਛ ਹੈ, ਜੋ ਮਰਜ਼ੀ ਕਰਾ ਲਓ, ਭਾਵੇਂ ਅਸੀਂ ਧਰਤੀ ਪਲਟ ਕੇ ਰੱਖ ਦਈਏ। ਤੇ ਤੁਸੀਂ ਕਹਿੰਦੇ ਵੀ ਰੱਬ ਨਹੀਂ ਕਰ ਸਕਦਾ, ਐਸਾ ਕਿਹੜਾ ਕੰਮ ਹੈ? ਤੇ ਸਾਹਿਬ ਪਾਤਸ਼ਾਹ ਕਹਿੰਦੇ ਵੀ ਇੱਕ ਕੰਮ ਹੈਗਾ, ਉਹ ਨਹੀਂ ਕਰ ਸਕਦਾ। ਕਹਿੰਦੇ ਦੱਸੋ? ਤਾਂ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਵੀ ਉਹ ਆਪਣੇ ਵਰਗਾ ਰੱਬ ਨਹੀਂ ਪੈਦਾ ਕਰ ਸਕਦਾ, ਆਪਣੇ ਵਰਗਾ ਜਿਵੇਂ ਦਾ ਉਹ ਹੈ। ਤਾਂ ਹੀ ਸਾਹਿਬ ਨੇ ਬਾਣੀ ਅੰਦਰ ਬਚਨ ਕਿਹਾ, ਜੈਸਾ ਤੂੰ ਤੈਸਾ ਤੂੰ ਹੀ, ਕਿਆ ਉਪਮਾ ਦੀ ਜੈ। ਸੰਸਾਰ ਤੇ ਆਪਾਂ ਕਹਿੰਦੇ ਹੁੰਦੇ ਨਾ ਵੀ ਫਲਾਣੇ ਵਰਗਾ, ਇੱਕ ਮੈਂ ਉੱਥੇ ਵੀ ਵੇਖਿਆ ਸੀਗਾ, ਹਰ ਬੰਦੇ ਦੇਖੇ ਜੀ 7-8 ਚਿਹਰੇ ਹੁੰਦੇ ਨੇ, ਹਮ ਸ਼ਕਲ ਹੁੰਦੇ ਨੇ, ਪਰ ਅੱਜ ਤੱਕ ਪਰਮੇਸ਼ਰ ਦਾ ਹਮ ਸ਼ਕਲ ਨਹੀਂ ਜੇ ਕਿਤੇ ਮਿਲਿਆ। ਗੁਰੂ ਨਾਨਕ ਪਾਤਸ਼ਾਹ ਜੀ ਦਾ ਸਰੂਪ ਭਾਵੇਂ ਅਸੀਂ ਕਹਿੰਦੇ ਵੀ ਠੀਕ ਹੈ ਕਾਲਪਨਿਕ ਚਿੱਤਰ ਹੋਏਗਾ, ਪਰ ਉਸ ਵਕਤ ਵੀ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਸਰੀਰਕ ਹਯਾਤੀ ਦਰਮਿਆਨ ਸੀ, ਅੱਜ ਤੱਕ ਇਤਿਹਾਸ 'ਚ ਨਹੀਂ ਸੁਣਿਆ ਗੁਰੂ ਨਾਨਕ ਦੇਵ ਮਹਾਰਾਜ ਦਾ ਕੋਈ ਹਮ ਸ਼ਕਲ ਕਿਸੇ ਨੂੰ ਮਿਲਿਆ ਹੋਵੇ। ਤਾਂ ਹਜ਼ੂਰ ਪਾਤਸ਼ਾਹ ਕਹਿੰਦੇ ਵੀ ਉਹਨੇ ਕਿਸੇ ਵਰਗਾ ਵੀ, ਆਪਣੇ ਵਰਗਾ ਗੱਲ ਛੱਡੋ, ਉਹਨੇ ਕੋਈ ਨਾ ਕਿਸੇ ਹੀ ਜਿਹਾ ਉਪਾਇਆ। ਉਹਨੇ ਸੰਸਾਰ ਦੇ ਵਿੱਚ ਗੁਣਾ ਕਰਕੇ ਵੀ ਕੋਈ ਇੱਕ ਦੂਜੇ ਵਰਗਾ ਨਹੀਂ ਬਣਾਇਆ, ਰੰਗ ਰੂਪ ਕਰਕੇ ਵੀ ਇੱਕ ਦੂਜੇ ਵਰਗਾ ਉਹਨੇ ਨਹੀਂ ਬਣਾਇਆ। ਖੈਰ ਉਹ ਦੂਜਾ ਨਾ ਹੀ ਕੋਈ, ਉਹਦੇ ਵਰਗਾ ਦੂਜਾ ਹੈ ਹੀ ਕੋਈ ਨਹੀਂ। ਤਾਂ ਹੀ ਭਾਈ ਲਹਿਣੇ ਨੇ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਨੇ ਖੇਡ ਵਰਤਾਈ ਸੀਗੀ ਅਖੀਰਲੇ ਸਮੇਂ, ਜਦੋਂ ਧਾਨਕ ਰੂਪ ਰਾਹ ਕਰਤਾਰ ਦੀ ਗੱਲ ਹੋਈ, ਤੇ ਸਾਹਿਬ ਪਾਤਸ਼ਾਹ ਨੇ ਜਿਹੜੀ ਗੱਲ ਕਹੀ ਕਿ ਲਹਿਣਿਆ ਇਹ ਸਾਰੇ ਲੋਕ ਘਰਾਂ ਨੂੰ ਪਰਤ ਗਏ, ਜੋ ਕਿਸੇ ਦੇ ਹੱਥ ਆਇਆ ਉਹਨੇ ਚੁੱਕਿਆ, ਕੋਈ ਮਾਰ ਤੋਂ ਡਰਦਾ ਚਲਾ ਗਿਆ, ਕੋਈ ਸੋਨਾ ਕੋਈ ਧਨ ਲੈ ਕੇ ਚਲਾ ਗਿਆ, ਤੂੰ ਕਿਉਂ ਰਹਿ ਗਿਆ? ਤੇ ਭਾਈ ਲਹਿਣੇ ਦੇ ਬੋਲ ਸੀ ਵੀ ਬਾਬਾ ਇਹ ਜਿਹੜੇ ਪਿੱਛੇ ਗਏ ਨੇ, ਇਹਨਾਂ ਨੂੰ ਪਿੱਛੇ ਕੋਈ ਨਾ ਕੋਈ ਦਿਸਦਾ ਹੀ ਹੋਏਗਾ ਤਾਂ ਹੀ ਗਏ ਨੇ, ਨਹੀਂ ਤਾਂ ਜਿਹਦਾ ਪਿੱਛੇ ਕੋਈ ਨਾ ਹੋਵੇ। ਆਪਾਂ ਆਏ ਆ, ਆਪਣੇ ਅੰਦਰ ਹੁੰਦਾ ਵੀ ਅਸੀਂ ਘਰੇ ਵਾਪਸ ਜਾਣਾ ਹੈ ਜੀ, ਕਿਉਰਨ ਪਿੱਛੇ ਉਡੀਕਦੇ ਨੇ, ਪਰ ਕਦੀ ਕਿਸੇ ਮੰਗਤੇ ਨੂੰ ਵੇਖਿਆ ਵੀ ਮੈਂ ਵਾਪਸ ਜਾਣਾ ਘਰੇ? ਕਿਉਂਕਿ ਉਹਨੂੰ ਪਿੱਛੇ ਉਡੀਕਣ ਵਾਲਾ ਹੀ ਕੋਈ ਨਹੀਂ ਆ, ਉਹਦਾ ਸੰਬੰਧ ਹੀ ਕੋਈ ਨਹੀਂ। ਪੰਛੀ ਵੀ ਸ਼ਾਮ ਨੂੰ ਘਰੇ ਮੁੜ ਜਾਂਦਾ ਹੈ, ਪਰ ਕਦੀ ਪਾਗਲ ਭਿਖਾਰੀ ਮੰਗਤਾ ਕਦੀ ਨਹੀਂ ਘਰ ਨੂੰ ਮੁੜਦਾ ਹੁੰਦਾ ਗਾ, ਕਾਰਨ ਪਿੱਛੇ ਹੈ ਕੋਈ ਨਹੀਂ। ਭਾਈ ਲਹਿਣਾ ਕਹਿੰਦਾ ਬਾਬਾ ਇਹ ਜਿਹੜੇ ਪਿਛਾਂ ਮੁੜ ਗਏ ਨੇ, ਇਹਨਾਂ ਨੂੰ ਮਗਰ ਕੋਈ ਨਾ ਕੋਈ ਦਿਸਦਾ ਹੋਏਗਾ ਤਾਂ ਹੀ ਚਲੇ ਗਏ। ਮੇਰਾ ਤੇ ਤੇਰੇ ਬਿਨਾ ਕੋਈ ਨਹੀਂ ਆ ਨਾ, ਮੇਰਾ ਤੇ ਸਿਰਫ ਤੂੰ ਹੀ ਹੈ। ਤਾਂ ਹੀ ਬਾਣੀ ਅੰਦਰ ਬਚਨ ਆਉਂਦਾ, ਕਿਸ ਹੀ ਕੋਈ ਕੋਏ ਮੰਝ ਨੇ ਮਾਣੀ ਇੱਕ ਤੂੰ। ਦੁਨੀਆ ਦਾ ਕਿਸੇ ਦਾ ਕੋਈ ਆਸਰਾ ਹੋਏਗਾ, ਕਿਸੇ ਦਾ ਕੋਈ ਆਸਰਾ ਹੋਏਗਾ, ਪਰ ਮੇਰਾ ਤੇ ਗਰੀਬੜੀ ਦਾ ਕੇਵਲ ਤੂੰ ਹੀ ਆਸਰਾ ਹੈ ਨਾ, ਇਸ ਲਈ ਦੂਜਾ ਨਾ ਹੀ ਕੋਏ। ਤੇਰੇ ਵਰਗਾ ਕੋਈ ਦੂਜਾ ਹੁੰਦਾ ਤੇ ਬਾਬਾ ਹੋ ਸਕਦਾ ਸੀ ਮੈਂ ਉਹਦੇ ਕੋਲ ਚਲਾ ਜਾਂਦਾ, ਪਰ ਤੇਰੇ ਤੋਂ ਬਿਨਾ ਤੇਰੇ ਵਰਗਾ ਕੋਈ ਦੂਜਾ ਹੈ ਹੀ ਨਹੀਂ, ਤੇ ਤੂੰ ਹੀ ਮੇਰਾ ਸੱਚਾ ਅਕਾਲ ਪੁਰਖ ਪਰਮੇਸ਼ਰ ਹੈ। ਤਾਂ ਕਿ ਸੇਵਾ ਸੋ ਕਰੇ ਜਾ ਕਉ ਨਦਰ ਕਰੇ। ਇਸ ਲਈ ਸਾਹਿਬ ਕਹਿੰਦੇ ਨੇ ਉਸ ਐਸੇ ਸੱਚੇ ਅਕਾਲ ਪੁਰਖ ਪਰਮੇਸ਼ਰ ਦੀ ਸੇਵਾ ਸੋ ਕਰੇ, ਉਹੀ ਕਰ ਪਾਉਂਦਾ। ਕੌਣ? ਜਾ ਕਉ ਨਦਰ ਕਰੇ, ਜਿਸ ਦੇ ਉੱਤੇ ਉਹਦੀ ਨਦਰੇ ਮਹਿਰਾਮਤ ਹੁੰਦੀ ਹੈ, ਜਿਸ ਨੂੰ ਨਦਰ ਕਰਮ ਹੋਏ, ਜਿਸ ਦੇ ਉੱਤੇ ਨਦਰੇ ਕਰਮ ਕਰਦਾ ਹੈ, ਕਿਰਪਾ ਕਰਦਾ। ਦੇਖੋ ਜਦੋਂ ਆਪਾਂ ਨੂੰ ਕੋਈ ਸੇਵਾ ਪ੍ਰਾਪਤ ਹੋਵੇ, ਭਾਵੇਂ ਆਪਾਂ ਨੂੰ ਗੁਰੂ ਘਰ ਵਿੱਚ ਲੰਗਰ ਵਰਤਾਉਣ ਦੀ ਸੇਵਾ ਮਿਲੇ ਜਾਂ ਸਾਰੇ ਲੰਗਰ ਦੀ ਸੇਵਾ ਮਿਲੇ, ਕੋਈ ਇਮਾਰਤ ਦੀ ਸੇਵਾ ਮਿਲੇ, ਕੁਝ ਵੀ ਸੇਵਾ, ਬੜੀਆਂ ਸੇਵਾ ਹੁੰਦੀਆਂ ਨੇ, ਉਹਦੇ ਵਿੱਚ ਜੇ ਆਪਾਂ ਹੰਕਾਰ ਕਰੀਏ ਤੇ ਸਾਡੇ ਤੋਂ ਵਰਗਾ ਮੂਰਖ ਕੋਈ ਨਹੀਂ ਆ। ਕਾਰਨ ਕੀ ਹੈ ਕਿ ਲੱਖਾਂ ਲੋਕ ਮਹਾਰਾਜ ਦੇ ਘਰ ਦਰ ਰੋਜ਼ ਆਉਂਦੇ ਨੇ,
ਇੱਥੇ ਵੀ ਹਜ਼ਾਰਾਂ ਸੰਗਤਾਂ ਰੋਜ਼ ਨਤਮਸਤਕ ਹੁੰਦੀਆਂ। ਉਹਨਾਂ ਹਜ਼ਾਰਾਂ 'ਚੋਂ ਮਹਾਰਾਜ ਕਿਤੇ ਇੱਕ ਦੇ ਸਿਰ ਮਿਹਰ ਦਾ ਹੱਥ ਰੱਖ ਕੇ ਜੇ ਸੇਵਾ ਲੈ ਲੈਣ ਤੇ ਉਹ ਆਖੇ ਵੀ ਮੈਂ ਹੀ ਸਭ ਤੋਂ ਵੱਡਾ ਸੇਵਾਦਾਰ ਹਾਂ, ਬਾਕੀ ਤੇ ਪ੍ਰਸ਼ਾਦਾ ਛਕ ਕੇ ਚਲੇ ਗਏ। ਨਹੀਂ ਗੁਰਮੁਖਾ, ਇਹ ਮਾਲਕ ਦਾ ਤਰਸ ਸੀ ਜਿਹੜਾ ਉਹਨੇ ਤੇਰੇ ਉੱਤੇ ਕੀਤਾ, ਨਹੀਂ ਤੇ ਹੋਰ ਵੀ ਤਾਂ ਇੰਨੇ ਬੈਠੇ ਸੀ ਨਾ, ਉਹਨੇ ਉਹਨਾਂ ਤੇ ਕਿਉਂ ਨਹੀਂ ਕਰ ਦਿੱਤਾ, ਤੇਰੇ ਤੇ ਹੀ ਕਿਉਂ ਕੀਤਾ? ਤੇਰੇ ਉੱਤੇ ਉਹ ਕੋਈ ਖੁਸ਼ੀ ਦੇਣੀ ਚਾਹੁੰਦਾ ਸੀਗਾ। ਦੇਖੋ ਛੱਜੂ ਝੀਵਰ ਉਸ ਇਲਾਕੇ ਵਿੱਚ ਸ਼ਾਇਦ ਹੋਰ ਵੀ ਗੂੰਗੇ ਹੋਣਗੇ, ਹੋਰ ਵੀ ਬੜੇ ਲੋਕ ਹੋਣਗੇ, ਪਰ ਬਖਸ਼ਿਸ਼ ਤੇ ਛੱਜੂ ਝੀਵਰ ਤੇ ਹੀ ਗੁਰੂ ਹਰਕ੍ਰਿਸ਼ਨ ਮਹਾਰਾਜ ਕਰਨੀ ਚਾਹੁੰਦੇ ਸੀ ਨਾ। ਸੋ ਇਸ ਕਰਕੇ ਉਹ ਚੁਣਦਾ ਹੈ, ਲੱਖਾਂ ਵਿੱਚੋਂ ਕਰੋੜਾਂ ਵਿੱਚੋਂ ਕਈ ਵਾਰ ਚੁਣਦਾ ਹੈ ਤੇ ਫਿਰ ਉਹਨੂੰ ਸੇਵਾ ਵਿੱਚ ਲਾਉਂਦਾ। ਇਹੀ ਸਾਹਿਬ ਨੇ ਬਾਣੀ ਅੰਦਰ ਬਚਨ ਕਿਹਾ, ਹਉ ਮੂਰਖ ਵੇਕਾਰ ਕਾਰੈ ਲਾਇਆ, ਕਿ ਉਹਨੇ ਮੈਨੂੰ ਮੂਰਖ ਨੂੰ ਕਾਰੇ ਲਾ ਦਿੱਤਾ। ਗੁਰੂ ਨਾਨਕ ਸਾਹਿਬ ਕਹਿੰਦੇ ਮੈਂ ਪ੍ਰਚਾਰ ਕਰ ਰਿਹਾ ਜਾਂ ਉਹ ਅਕਾਲ ਪੁਰਖ ਪਰਮੇਸ਼ਰ ਦੇ ਘਰ ਦਾ ਉਪਦੇਸ਼ ਦੇ ਰਿਹਾ, ਇਹਦੇ 'ਚ ਮੈਂ ਨਹੀਂ ਕੁਝ ਕਰਦਾ। ਉਹ ਚਾਹੁੰਦਾ ਕਿਸੇ ਹੋਰ ਤੇ ਥਾਪੜਾ ਦੇ ਕੇ ਕਰਾ ਸਕਦਾ ਸੀ, ਪਰ ਉਹਨੇ ਮੇਰੇ ਵਰਗੇ ਮੂਰਖ ਨੂੰ ਇਸ ਕੰਮ ਵਿੱਚ ਲਾ ਦਿੱਤਾ। ਇਸ ਲਈ ਕਦੀ ਹੰਕਾਰ ਨਾ ਹੋਵੇ ਵੀ ਆਹ ਕੰਮ ਮੈਂ ਕਰਦਾ ਪਿਆ। ਸਾਹਿਬ ਕਹਿੰਦੇ ਨੇ ਜਾਂ ਕੋ ਨਦਰ ਕਰੇ, ਉਹਦੇ ਘਰਦਾਰ ਦੀ ਸੇਵਾ ਤੇ ਉਹੀ ਕਰ ਪਾਉਂਦਾ ਹੈ ਜਿਸ ਉੱਤੇ ਉਹ ਆਪਣੀ ਨਜ਼ਰੇ ਮਿਹਰਾਮਤ ਕਰਦਾ ਹੈ। ਇਸ ਲਈ ਸ਼ੁਕਰਾਨਾ ਕਰਦਿਆਂ ਇਹ ਅਰਦਾਸ ਨਿਕਲੇ, ਤੁਧ ਬਾਝ ਪਿਆਰੇ ਕੇਵ ਰਹਾ, ਸਾ ਵਡਿਆਈ ਦੇਹ ਜਿਤ ਨਾਮ ਤੇਰੇ ਲਾਗ ਰਹਾ। ਅਰਦਾਸ ਇਹ ਹੋਵੇ ਕਿ ਐ ਮੇਰੇ ਪਰਮੇਸ਼ਰ, ਅਸੀਂ ਨਿਮਾਣੀਆਂ ਜਿੰਦਾਂ ਤੇਰੇ ਬਿਨਾਂ ਕਿਵੇਂ ਰਹਿ ਲਈਏ। ਜਿਵੇਂ ਬੱਚੇ ਦਾ ਮਾਂ ਪਿਓ ਨਾਲ ਪਿਆਰ ਹੋਵੇ, ਪਤਨੀ ਦਾ ਪਤੀ ਨਾਲ ਪਿਆਰ ਹੋਵੇ, ਤਾਂ ਵਿਛੋੜਾ ਜਿਹੜਾ ਸਹਿਣਾ ਔਖਾ ਹੋ ਜਾਂਦਾ ਹੈ। ਮੱਛੀ ਦਾ ਪਾਣੀ ਨਾਲ ਪਿਆਰ ਹੈ, ਉਹ ਨਹੀਂ ਰਹਿ ਪਾਉਂਦੀ। ਇਹ ਅੰਦਰ ਦੀ ਇੱਕ ਧੂ ਨਿਕਲਦੀ ਹੈ ਕਿ ਦਾਤਾ ਤੇਰੇ ਬਿਨਾਂ ਅਸੀਂ ਕਿਵੇਂ ਰਹਿ ਸਕੀਏ। ਇਸ ਕਰਕੇ ਸਾ ਵਡਿਆਈ ਦੇਹ, ਇੱਥੇ ਹੁਣ ਵਡਿਆਈ ਉਹ ਸੰਸਾਰ ਵਾਲੀ ਨਹੀਂ ਵੀ ਕੋਈ ਜੀ ਕਵੇ ਸਾਨੂੰ, ਅਸੀਂ ਜਿੱਧਰ ਦੀ ਲੰਘੀਏ ਤੇ ਲੋਕ ਕਹਿਣ ਵਾਹ ਜੀ ਵਾਹ, ਨਹੀਂ। ਉਹ ਤਾਕਤ ਦੇ ਸਾਨੂੰ, ਵਡਿਆਈ ਦਾ ਭਾਵ ਵੀ ਸਾਨੂੰ ਸਮਰੱਥਾ ਦੇ, ਉਹ ਤਾਕਤ ਦੇ ਕਿਹੜੀ, ਜਿਤ ਨਾਮ ਤੇਰੇ ਲਾਗ ਰਹਾ, ਜਿਸ ਤਾਕਤ ਦੇ ਨਾਲ ਅਸੀਂ ਤੇਰੇ ਨਾਮ ਨਾਲ ਜੁੜੇ ਰਹੀਏ। ਕਿਉਂਕਿ ਮਨ ਬੜਾ ਬਲਵਾਨ ਹੈ, ਇਸ ਮਨ ਨੂੰ ਜਿੱਤਣ ਵਾਸਤੇ ਸਾਨੂੰ ਉਹ ਤਾਕਤ ਦੇ ਤਾਂ ਕਿ ਅਸੀਂ ਇਸ ਮਨ ਭੈੜੇ ਨੂੰ ਵੀ ਢਾ ਸਕੀਏ। ਹਜ਼ੂਰ ਦੀ ਬਾਣੀ ਦਾ ਇੱਕ ਬਚਨ ਹੈ, ਨਿਹੱਤੇ ਪੰਜ ਜਵਾਨ ਮੈਂ ਗੁਰ ਥਾਪੀ ਦਿੱਤੀ ਕੰਡ ਜੀਓ, ਕਿ ਮਾਲਕ ਨੇ ਕੰਡ ਤੇ ਥਾਪੀ ਦੇ ਦਿੱਤੀ ਤੇ ਪੰਜ ਜਵਾਨ ਇਹ ਬੜੇ ਮਹਾਬਲੀ ਸੂਰਮੇ, ਕਾਮ ਕ੍ਰੋਧ ਲੋਭ ਹੰਕਾਰ, ਮੈਂ ਇਹਨਾਂ ਨੂੰ ਵੀ ਪਟਕਾ ਕੇ ਧਰਤੀ ਤੇ ਮਾਰ ਦਿੱਤਾ। ਤਾਂ ਹਜ਼ੂਰ ਪਾਤਸ਼ਾਹ ਇਹ ਸਮਝਾ ਕੇ ਕਹਿੰਦੇ ਤੂੰ ਸਾਨੂੰ ਵਡਿਆਈ ਤਾਨ ਦੇ, ਤਾਕਤ ਦੇ, ਬਲ ਦੇ, ਤਾਂ ਕਿ ਅਸੀਂ ਤੇਰੇ ਨਾਮ ਦੇ ਨਾਲ ਜੁੜੇ ਰਹੀਏ। ਦੂਜਾ ਨਾ ਹੀ ਕੋਏ ਜਿਸ ਆਗੈ ਪਿਆਰੇ ਜਾਏ ਕਹਾ। ਦਾਤਾ ਤੈਨੂੰ ਤਾਂ ਕਹਿ ਰਹੇ ਹਾਂ ਕਿਉਂਕਿ ਸਾਡਾ ਤੇਰੇ ਤੋਂ ਬਿਨਾਂ ਦੂਜਾ ਕੋਈ ਨਹੀਂ ਆ, ਜਿਹਦੇ ਅੱਗੇ ਜਾ ਕੇ ਅਸੀਂ ਇਹ ਕਹਿ ਦਈਏ ਕਿ ਸਾਨੂੰ ਇਹ ਤਾਣ ਦੇ ਦੇ, ਕਿਉਂਕਿ ਇਹ ਤਾਣ ਦੇਣ ਵਾਲਾ ਕੋਈ ਹੈ ਹੀ ਨਹੀਂ। ਸਾਹਿਬ ਦੀ ਬਾਣੀ 'ਚ ਅਸੀਂ ਬਚਨ ਪੜ੍ਹਦੇ ਹਾਂ, ਮਾਨ ਮੰਗਉ ਤਾਣ ਮੰਗਉ ਧਨ ਲਖਮੀ ਸੁਤ ਦੇ, ਸਾਜਨੋ ਤੂੰ ਮੀਤ ਮੇਰਾ ਗ੍ਰਹਿ ਤੇਰਾ ਸਭ ਕੋਏ। ਸਭ ਕੁਛ ਹੈ ਤੇਰੇ ਘਰ ਦੇ ਵਿੱਚ, ਤਾਂ ਹੀ ਰੋਜ਼ ਆਨੰਦ ਸਾਹਿਬ 'ਚ ਪੜ੍ਹਦੇ ਆ ਨਾ, ਸਾਚੇ ਸਾਹਿਬਾ ਕਿਆ ਨਾ ਹੀ ਘਰ ਤੇਰਾ। ਇਸ ਲਈ ਦਾਤਾ ਦੂਜਾ ਕੋਈ ਹੈ ਹੀ ਨਹੀਂ ਜਿਹਨੂੰ ਅਸੀਂ ਇਹ ਕਹਿ ਸਕੀਏ ਕਿ ਸਾਨੂੰ ਇਹ ਤਾਨ ਦੇ ਦੇ ਕਿ ਅਸੀਂ ਨਾਮ ਜਪ ਸਕੀਏ। ਆਪਾਂ ਸੰਸਾਰ ਵਿੱਚ ਇੰਨਾ ਜ਼ਰੂਰ ਕਹਿੰਦੇ ਆ, ਸਾਨੂੰ ਕੋਈ ਤਰੀਕਾ ਦੱਸੋ ਜੀ ਸਿਮਰਨ ਕਿਵੇਂ ਕੀਤਾ ਜਾਵੇ, ਸਾਨੂੰ ਕੋਈ ਤਰੀਕਾ ਦੱਸੋ ਜੀ ਮਨ ਕਿਵੇਂ ਟਿਕੇ, ਪਰ ਆਪਾਂ ਕਦੀ ਇਹ ਨਹੀਂ ਕਹਿੰਦੇ ਸਾਨੂੰ ਤਾਕਤ ਦਿਓ ਜੀ ਸਾਡਾ ਮਨ ਟਿਕ ਜੇ। ਕਦੀ ਕਿਸੇ ਦੇ ਵਸ ਵਿੱਚ ਨਹੀਂ ਕਿ ਕੋਈ ਕਵੇ ਵੀ ਹਾਂ ਮੈਂ ਤੈਨੂੰ ਤਾਕਤ ਦੇਣਾ ਤੇਰਾ ਮਨ ਟਿਕ ਜੇਗਾ, ਨਹੀਂ, ਤੂੰ ਸਿਮਰਨ ਕਰ ਲਏਗਾ। ਇਸ ਲਈ ਸਾਹਿਬ ਜੀ ਕੋਈ ਇੰਨੇ ਤਾਣ ਵਾਲਾ ਨਹੀਂ, ਕੇਵਲ ਤੂੰ ਹੈ, ਤਾਂ ਅਸੀਂ ਤੇਰੇ ਦਰ ਤੇ ਆ ਕੇ ਦਾਤ ਮੰਗ ਰਹੇ ਹਾਂ। ਰਹਾਓ ਠਹਿਰਾਓ ਦੇ ਕੇ ਸਾਹਿਬ ਕਿਰਪਾ ਕਰਦੇ, ਸੇਵੀ ਸਾਹਿਬ ਆਪਣਾ ਅਵਰ ਨਾ ਜਾਚੋਂ ਕੋਏ। ਦਾਤਾ ਸਾਨੂੰ ਇਹ ਤਾਣ ਦੇ ਕਿ ਅਸੀਂ ਕੇਵਲ ਤੈਨੂੰ ਹੀ ਸੇਵੀਏ, ਤੇਰੇ ਤੋਂ ਬਿਨਾਂ ਅਸੀਂ ਜ਼ਿੰਦਗੀ ਦੇ ਵਿੱਚ ਕੋਈ ਸੁਪਨਾ ਵੀ ਨਾ ਲਈਏ ਕਿਸੇ ਦੂਜੇ ਦਰ ਦਾ, ਸੰਕਲਪ ਵੀ ਨਾ ਆਵੇ ਸਾਡੇ ਮਨ ਦੇ ਅੰਦਰ। ਜਾਣਾ ਤੇ ਬੜੀ ਦੂਰ ਦੀ ਗੱਲ, ਸਾਡੇ ਅੰਦਰ ਕਦੀ ਸੁਪਨੇ ਮਾਤਰ ਵੀ ਇਹ ਫੁਰਨਾ ਨਾ ਆਵੇ ਵੀ ਅਸੀਂ ਤੇਰੇ ਦਰ ਨੂੰ ਛੱਡ ਕੇ ਕਿਸੇ ਦੂਜੇ ਦਰ ਦੀ ਵਜ ਗਾ ਲਈਏ ਜਾ ਕੇ। ਇਸ ਕਰਕੇ ਦਾਤਾ ਸਾਹਿਬ ਸਾਡੇ ਤੇ ਕਿਰਪਾ ਕਰ, ਅਵਰ ਨਾ ਜਾਚੋਂ ਕੋਏ, ਅਸੀਂ ਤੇਰੇ ਦਰ ਤੇ ਰਹੀਏ। ਤੂੰ ਦੁੱਖ ਦੇ, ਤੂੰ ਸੁੱਖ ਦੇ, ਤੂੰ ਜੀਵਨ ਵਿੱਚ ਖੁਸ਼ੀ ਦੇ, ਤੂੰ ਗਮੀ ਦੇ, ਤੈਨੂੰ ਅਸੀਂ ਛੱਡ ਕੇ ਨਾ ਜਾਈਏ। ਹਜ਼ੂਰ ਦੀ ਬਾਣੀ ਦਾ ਜਦੋਂ ਬਚਨ ਆਉਂਦਾ ਹੈ ਕਿ ਇਹ ਦਾਤਾ ਜਿਸ ਤਰ੍ਹਾਂ ਦਾ ਮਰਜ਼ੀ ਜੀਵਨ ਦੇ, ਰੁੱਖੋ ਭੋਜਨ ਭੂਮ ਸੈਨ ਸਖੀ ਪ੍ਰੇ ਸੰਗ ਸੁਖ ਬਿਹਾਤ, ਕਿ ਭਾਵੇਂ ਰੁੱਖਾ ਭੋਜਨ ਦੇ ਦੇ, ਭਾਵੇਂ ਜ਼ਮੀਨ ਦੇ ਉੱਤੇ ਸੌਣਾ ਦੇ ਦੇ, ਜੋ ਮਰਜ਼ੀ ਹੋਵੇ, ਪਰ ਅੰਦਰ ਤੇਰੀ ਯਾਦ ਰਵੇ। ਤੂੰ ਆਪਣਾ ਸਿਮਰਨ ਦੇ ਵੀ ਅਸੀਂ ਸੁੱਕੀਆਂ ਰੋਟੀਆਂ ਚਬਾ ਕੇ ਵੀ ਤੈਨੂੰ ਯਾਦ ਕਰਦੇ ਰਹੀਏ, ਇਹਦੇ ਵਰਗੀ ਜ਼ਿੰਦਗੀ ਕੋਈ ਨਹੀਂ ਹੈਗੀ। ਤੇ ਜੇ ਸਾਨੂੰ ਛੱਤੀ ਪਕਵਾਨ ਖਾ ਕੇ ਵੀ ਤੇਰਾ ਚੇਤਾ ਨਾ ਆਇਆ
ਤੇ ਫਿਰ ਇਸ ਤੋਂ ਮਾੜੀ ਜ਼ਿੰਦਗੀ ਕੋਈ ਨਹੀਂ। ਤਾਂ ਕਰਕੇ ਅਰਦਾਸ ਇਹ ਹੈ, ਅਵਰ ਨਾ ਜਾਚੋਂ ਕੋਏ, ਅਸੀਂ ਰੋਟੀ ਟੁੱਕ ਵਾਸਤੇ, ਅਸੀਂ ਜ਼ਿੰਦਗੀ ਦੇ ਜਿਵੇਂ ਕਹਿ ਲਓ ਲੋੜਾਂ ਪੂਰੀਆਂ ਵਾਸਤੇ ਕਿਸੇ ਦੂਜੇ ਦੇ ਅੱਗੇ ਹੱਥ ਨਾ ਅੱਡੀਏ। ਨਾਨਕ ਤਾ ਕਾ ਦਾਸ ਹੈ, ਬਿੰਦ ਬਿੰਦ ਚੁਖ ਚੁਖ ਹੋਏ। ਅਖੀਰ ਸਾਹਿਬ ਕਹਿੰਦੇ ਮੈਂ ਤੇ ਉਹਦਾ ਦਾਸ ਹਾਂ। ਪ੍ਰਾਰੰਭਤਾ ਤੇ ਜਿਹੜੀ ਉਥਾਨਕਾ ਦਾ ਮੈਂ ਜ਼ਿਕਰ ਕੀਤਾ, ਹਜ਼ੂਰ ਦੇ ਮਹਿਲ ਦੇ ਪਰਥਾਏ ਮਹਾਰਾਜ ਨੇ ਸ਼ਬਦ ਉਚਾਰਨ ਕੀਤਾ, ਤੇ ਹਜ਼ੂਰ ਦੇ ਮਹਿਲ ਮਾਤ ਸੁਲੱਖਣੀ ਜੀ ਵੀ ਇਹੀ ਕਹਿੰਦੇ ਮੈਂ ਤਾਂ ਉਹਦੀ ਦਾਸੀ ਹਾਂ। ਤੇ ਇਹ ਗੁਰੂ ਨਾਨਕ ਪਾਤਸ਼ਾਹ ਜੀ, ਮੈਂ ਬਿੰਦ ਬਿੰਦ ਮੁੜ ਮੁੜ ਕੇ ਚੁਖ ਚੁਖ ਹੋਏ, ਤੇਰੇ ਤੋਂ ਕੁਰਬਾਨ ਜਾਨੀ, ਤੇਰੇ ਤੋਂ ਕੁਰਬਾਨ ਜਾਨੀ ਆ। ਫਿਰ ਜੀਵ ਇਸਤਰੀ ਦੇ ਰੂਪ ਵਿੱਚ ਹੈ ਕਿ ਅਸੀਂ ਉਸ ਅਕਾਲ ਪੁਰਖ ਪਰਮੇਸ਼ਰ ਦੀਆਂ ਦਾਸੀਆਂ, ਉਹਦੇ ਦਾਸ ਹਾਂ, ਤੇ ਅਸੀਂ ਮੁੜ ਮੁੜ ਕੇ ਵਾਰ ਵਾਰ ਲੱਖਾਂ ਵਾਰ ਉਹਦੇ ਤੋਂ ਚੁੱਕ ਚੁੱਕ ਹੋਏ ਕੁਰਬਾਨ ਜਾਣੇ, ਬਲਿਹਾਰ ਜਾਣੇ ਹਾਂ। ਸਾਹਿਬ ਤੇਰੇ ਨਾਮ ਵਿਟਹੁ, ਬਿੰਦ ਬਿੰਦ ਚੁਖ ਚੁਖ ਹੋਏ। ਅਖੀਰ ਸਾਹਿਬ ਬਚਨ ਵਰਤਦੇ, ਐ ਮੇਰੇ ਸਾਹਿਬ ਮੇਰੇ ਦਾਤਾਰ, ਤੇਰੇ ਨਾਮ ਤੋਂ ਵਿਟਹੁ, ਤੇਰੇ ਨਾਮ ਉਤੋਂ ਅਸੀਂ ਵਾਰ ਵਾਰ ਮੁੜ ਮੁੜ ਕੇ ਲੱਖਾਂ ਵਾਰ ਅਸੀਂ ਬਲਿਹਾਰ, ਅਸੀਂ ਕੁਰਬਾਨ ਅਤੇ ਅਸੀਂ ਸਦਕੇ ਜਾਂਦੇ ਆ ਰਹਾਓ। ਇੱਥੇ ਮਹਾਰਾਜ ਫਿਰ ਠਹਿਰਾਓ ਬਖਸ਼ਦੇ ਨੇ। ਇਹ ਸਤਿਗੁਰੂ ਪਾਤਸ਼ਾਹ ਜੀ ਦੇ ਇਸ ਮੁਬਾਰਕ ਘਰ ਤੋਂ ਅੰਮ੍ਰਿਤ ਵੇਲੇ ਹਜ਼ੂਰ ਨੇ ਟੁੱਟ ਕੇ ਜੋ ਪਾਵਨ ਮੁਖ ਵਾਕ ਸਾਹਿਬ ਬਖਸ਼ਿਸ਼ ਕੀਤੇ ਨੇ। ਤਨਾਸਰੀ ਰਾਗ ਦੀ ਪ੍ਰਾਰੰਭਤਾ ਤੇ ਹਜ਼ੂਰ ਗੁਰੂ ਨਾਨਕ ਪਾਤਸ਼ਾਹ ਦੇ ਪਾਵਨ ਬਚਨ ਸੀ ਜੋ ਆਪਾਂ ਮਹਾਰਾਜ ਦੀ ਅਸੀਸ ਦੇ ਸਦਕਾ ਵਿਚਾਰ ਸਾਂਝ ਕੀਤੀ ਹੈ। ਭੁੱਲਾਂ ਦੀ ਖਿਮਾ ਹਜ਼ੂਰ ਤਰਸ ਕਰਨ, ਸਭਨਾ ਦਾ ਆਇਆ ਦਰ ਪ੍ਰਵਾਨ ਕਰ, ਤਿਲ ਫੁੱਲ ਭੇਟਾ ਪ੍ਰਵਾਨ ਕਰਨ। ਆਪ ਸਭਨਾ ਦੀਆਂ ਭਾਵਨਾ ਪੂਰੀਆਂ ਕਰਕੇ ਮਹਾਰਾਜ ਤੁਹਾਨੂੰ ਸਾਰਿਆਂ ਨੂੰ ਗੁਰਸਿੱਖੀ ਜੀਵਨ, ਸੇਵਾ ਸਿਮਰਨ, ਭਜਨ ਬੰਦਗੀ ਦੀ ਦਾਤ, ਚੜ੍ਹਦੀ ਕਲਾ ਦੇ ਉੱਚੇ ਸੁੱਚੇ ਜੀਵਨ ਦਾਨ ਬਖਸ਼ਿਸ਼ ਕਰਨ, ਸਮਤ ਦੀ ਦਾਤ ਬਖਸ਼ਿਸ਼ ਕਰਨ। ਸੇਵੀ ਸਾਹਿਬ ਆਪਣਾ ਅਵਰ ਨਾ ਜਾਚੋਂ ਕੋਏ, ਨਾਨਕ ਤਾਂ ਕਾ ਦਾਸ ਹੈ, ਬਿੰਦ ਬਿੰਦ ਚੁਖ ਚੁਖ ਹੋਏ। ਸਾਹਿਬ ਤੇਰੇ ਨਾਮ ਵਿਟਹੁ, ਬਿੰਦ ਬਿੰਦ ਚੁਖ ਚੁਖ ਹੋਏ ਰਹਾਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।